ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖੈਰਾ। ਸੋ ਖੈਰਾ ਸਾਹਿਬ, ਪੰਜਾਬ ਦਾ ਨਵਾਂ ਮਾਹੌਲ, ਨਵਾਂ ਵਿਸਥਾਰ, ਕੀ ਕਹਿੰਦੇ ਹੋ? ਵਿਸਥਾਰ ਤੁਸੀਂ ਹੱਸਦੇ ਕਾਹਤੋਂ ਇੰਨਾ ਵਿਸਥਾਰ ਦੇ ਨਾਲ? ਕਿਉਂਕਿ ਵਿਸਥਾਰ ਬਹੁਤ ਵਧੀਆ ਹੁੰਦਾ ਨਾ, ਪ੍ਰੋਗਰੈਸ ਮਤਲਬ ਤਰੱਕੀ ਕਰਨ ਜਾ ਰਹੇ ਹਾਂ, ਵਿਸਥਾਰ ਹੋ ਰਿਹਾ ਹੈ। ਤਕਰੀਬਨ ਕਹਿੰਦੇ 5 ਵਜੇ ਸ਼ਾਮ ਤੱਕ ਵਿਸਤਾਰ ਹੋ ਜਾਣਾ, ਤੁਹਾਨੂੰ ਪਤਾ ਲੱਗ ਜੂ ਅਫੀਸ਼ੀਅਲੀ ਕਿਹਦਾ ਕਿਹਦਾ ਨਾਮ ਹੈ। ਪਰ ਦੇਖੋ ਉਹ ਨਾਂ ਤਾਂ ਹੈਗੇ ਹੀ ਹੈਗੇ ਜਿਹੜਾ ਦੇ ਵਿਸਤਾਰ ਦੇ ਵਿੱਚ ਆਉਣਾ ਆ, ਕਿਉਂਕਿ ਆਪਾਂ ਗੱਲ ਕਰ ਰਹੇ ਸੀਗੇ ਕਿ ਅਮਨ ਅਰੋੜਾ ਦਾ ਨਾਂ ਜਿਹੜਾ ਹੈ ਉਹ ਪਹਿਲੀਆਂ ਚ ਆਉਣਗਾ, ਪਹਿਲਾਂ ਹੀ ਹੈ ਜੀ। ਹਾਂ, ਤੇ ਕਹਿੰਦੇ ਆ ਕਿ ਅਮਨ ਅਰੋੜਾ, ਕਿਉਂਕਿ ਹਲੇ ਤੱਕ ਜਦੋਂ ਤੱਕ 5 ਨਹੀਂ ਵੱਜਦੇ ਜਾਂ ਫਿਰ ਅਫੀਸ਼ੀਅਲ ਅਨਾਉਂਸਮੈਂਟ ਨਹੀਂ ਹੁੰਦੀ ਉਦੋਂ ਤੱਕ ਆਪਾਂ ਕੁਝ ਨਹੀਂ ਕਹਿ ਸਕਦੇ, ਕਿਉਂਕਿ ਬੜੀਆਂ ਸਾਰੀਆਂ ਅੰਦਰ ਖਾਤੇ ਨਾ ਹੇਰ ਫੇਰ ਹੁੰਦੀਆਂ। ਅਮਨ ਅਰੋੜਾ ਦਾ ਨਾਮ ਪਤਾ ਹੈ ਤੁਹਾਨੂੰ। ਫਿਰ ਸੈਲੀਬ੍ਰਿਟੀ ਤੜਕਾ ਜਿਹੜਾ ਇਹਨਾਂ ਨੇ ਲਾਇਆ ਸੀਗਾ, ਅਨਮੋਲ ਗਗਨ, ਉਹਨਾਂ ਨੂੰ ਵੀ ਕਹਿੰਦੇ ਜੀ ਬਣਾ ਸਕਦੇ ਆ, ਇਹ ਕੈਬਨਿਟ ਵਿੱਚ ਲੈ ਸਕਦੇ ਆ। ਫਿਰ ਫੌਜਾ ਸਿੰਘ ਸਰੀਨ ਨੇ ਤੇ ਪਰ ਜਿਹੜਾ ਇਹ ਨਾਮ ਤੇ ਚਲੋ ਹੈਗੇ ਹੀ ਹੈਗੇ ਆ। ਇਸ ਤੋਂ ਇਲਾਵਾ ਚੇਤਨ ਜੋਰਾ ਮਾਜਰਾ, ਡਾਕਟਰ ਇੰਦਰਬੀਰ ਨਿੱਜਰ, ਡਾਕਟਰ ਇੰਦਰਬੀਰ ਨਿੱਜਰ ਹੋਣੀ ਵੀ ਆ। ਇਸ ਤੋਂ ਇਲਾਵਾ ਤੇ ਇਹ ਨਾਂ ਤਾਂ ਜਿਹੜੇ 5 ਹੈਗੇ ਹੀ ਹੈਗੇ ਆ। ਇਸ ਤੋਂ ਇਲਾਵਾ ਵੀ ਬੜੇ ਸਾਰੇ ਨਾਮ ਹੈ, ਜਿਵੇਂ ਆਪਾਂ ਕੱਲ੍ਹ ਗੱਲ ਕੀਤੀ ਸੀ ਕਿ ਸਰਬਜੀਤ ਸਿੰਘ ਮਾਣੂਕੇ ਆ। ਫਿਰ ਡਾਕਟਰ ਜਿਹੜੇ ਅੰਮ੍ਰਿਤਸਰ ਤੋਂ ਬਲਵਿੰਦਰ ਕੌਰ ਨੇ, ਉਹ ਵੀ ਜਿਹੜਾ ਨਾ ਉਹ ਲਗਾਤਾਰ ਆਪਣਾ ਲੌਬਿੰਗ ਤੇ ਲੱਗੇ ਹੋਏ ਨੇ। ਹਰ ਕੋਈ ਕਹਿੰਦਾ ਮੈਂ ਮਿਨਿਸਟਰ ਬਣਨਾ ਚਾਹੁੰਦਾ, ਪਰ ਫਿਰ ਉਹ ਕਹਿੰਦੇ ਨੇ ਕਿ ਕਿਉਂਕਿ ਇਹਨਾਂ ਦੀ ਨਾ ਇਸ ਪਾਰਟੀ ਦੀ ਮੈਨੂੰ ਇੱਕ ਖਾਸ ਗੱਲ ਲੱਗਦੀ ਹੈ, ਇਹਨਾਂ ਨੇ ਪਹਿਲਾਂ ਹੀ ਸਾਰਿਆਂ ਦੇ ਮਾਈਂਡ ਸੈੱਟ ਕੀਤੇ ਹੋਏ ਕਲੀਅਰ ਐਨ ਭਾਵਨਾ ਜਤਾਈ ਹੋਈ ਆ ਵੀ ਬਾਈ ਦੇਖੋ ਆਪਾਂ ਇੱਥੇ ਸਾਰੇ ਕੰਮ ਕਰਨ ਲਈ ਆਏ ਆ, ਔਰ ਜੇ ਤੁਸੀਂ ਕੈਬਨਿਟ ਮਿਲਦੀ ਹੈ ਤੁਹਾਨੂੰ ਠੀਕ ਹੈ, ਨਹੀਂ ਮਿਲਦੀ ਤਾਂ ਵੀ ਠੀਕ ਆ, ਕੋਈ ਚੱਕਰ ਹੀ ਨਹੀਂ ਆ। ਪਰ ਜਿਹੜੀਆਂ ਦੂਸਰੀਆਂ ਪਾਰਟੀਆਂ ਸੀ ਉੱਥੇ ਉਹ ਕੈਬਨਿਟ ਦਾ ਸਵਾਦ ਲੈਣਾ ਚਾਹੁੰਦੀਆਂ ਸੀਗੀਆਂ। ਸਾਰੇ ਪਵਾੜੇ ਕੈਬਨਿਟ ਨੂੰ ਲੈ ਕੇ ਸੀ ਉੱਥੇ ਵੀ ਮੈਨੂੰ ਆਹ ਨਹੀਂ ਮਿਲਿਆ, ਮੈਨੂੰ ਫਲਾਨ ਨਹੀਂ ਮਿਲਿਆ, ਤੇ ਫਿਰ ਨਾਲੇ ਪਾਰਟੀ ਛੱਡ ਦਿੰਦੇ ਸੀਗੇ। ਅੰਦਰ ਖਾਤੇ ਵਿਰੋਧ ਬਹੁਤ ਸੀਗਾ। ਇਹਨਾਂ ਦੀ ਪਾਰਟੀ ਦੇ ਵਿੱਚ ਹਲੇ ਇੰਨਾ ਵਿਰੋਧ ਹੈ ਨਹੀਂ ਆ। ਬਹੁਤ ਸਾਰੇ ਲੋਕ ਤਾਂ ਆਪਣੇ ਆਪ ਨੂੰ ਕੰਸੀਡਰ ਹੀ ਨਹੀਂ ਕਰਦੇ ਕਿ ਅਸੀਂ ਉਸ ਤੱਕ ਜਾ ਸਕਦੇ ਹਾਂ। ਸੋ ਇਹ 5 ਨਾਂ ਆ, ਪਰ 5 ਤੋਂ ਬਾਅਦ ਹੋਰ ਨਾਂ ਵੀ ਹੈਗੇ ਆ ਜਿਹੜੇ ਕਹਿੰਦੇ ਨੇ ਕਿ ਅਸੀਂ ਇਸ ਜਗ੍ਹਾ ਦੇ ਉੱਤੇ ਆਉਣਾ ਆ, ਇਸ ਜਗ੍ਹਾ ਦੇ ਉੱਤੇ ਆ ਸਕਦੇ ਹਾਂ। ਉਹ ਵੀ ਗੱਲਾਂ ਪਿਛਲਖੁਰੀਆਂ ਹੋਣੀਆਂ ਸ਼ੁਰੂ ਹੋ ਗਈਆਂ। ਬਿਲਕੁਲ ਹੋਣੀਆਂ ਚਾਹੀਦੀਆਂ ਵੀ ਨੇ, ਕਿਉਂਕਿ ਜਦੋਂ ਪੰਜਾਬ ਵਾਸਤੇ ਕੰਮ ਕਰਨ ਦਾ ਮਸਲਾ ਆਉਂਦਾ ਤਾਂ ਤੁਸੀਂ ਜਿਵੇਂ ਜਜ਼ਬੇ ਦੀ ਗੱਲ ਕੀਤੀ ਹੈ, ਤਾਂ ਹਰ ਇੱਕ ਬੰਦੇ ਦੇ ਅੰਦਰ ਜਜ਼ਬਾ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਕਹਿੰਦੇ ਨੇ ਕਿ ਪੰਜਾਬ ਮੇਰਾ ਆਪਣਾ ਪਰਿਵਾਰ ਹੈ, ਪਰ ਉਹ ਕਿਤੇ ਨਾ ਕਿਤੇ ਲੁਕੇ ਹੋਏ ਨੇ। ਉਹਨਾਂ ਦੀ ਕੋਈ ਸਟੇਟਮੈਂਟ ਵੀ ਨਹੀਂ ਆਈ ਹੈਗੀ, ਕਿਤੇ ਨਾ ਕਿਤੇ ਉਹ ਖੁੱਲ੍ਹ ਕੇ ਸਾਹਮਣੇ ਵੀ ਨਹੀਂ ਆਏ। ਜਿਵੇਂ ਹੁਣ ਅਸੀਂ ਸਰਬਜੀਤ ਮਾਣੂਕੇ ਦੀ ਗੱਲ ਕਰਦੇ ਹਾਂ, ਡਾਕਟਰ ਉਹਨਾਂ ਦੀ ਗੱਲ ਕਰਦੇ ਹਾਂ, ਅੰਮ੍ਰਿਤਸਰ ਵਾਲੀ ਬੀਬੀ ਦੀ ਗੱਲ ਕਰਦੇ ਹਾਂ ਜਿਹੜੇ ਜਿੱਥੇ ਉਹਨਾਂ ਦਾ ਵਿਆਹ ਹੋਇਆ। ਇਹ ਸਾਰੇ ਲੋਕ ਖੁੱਲ੍ਹ ਕੇ ਆਉਣੇ ਸ਼ੁਰੂ ਹੋਏ ਆ। ਇਹ ਹੁਣ ਦੇਖੋ, ਜੇ ਤੁਹਾਨੂੰ ਚਾਹੀਦਾ ਨਾ ਕੁਛ, ਤਾਂ ਕਹਿੰਦੇ ਹੁੰਦੇ ਰੌਲਾ ਤੇ ਪਾਉਣਾ ਹੀ ਪੈਣਾ। ਜੋ ਤੁਹਾਨੂੰ ਚਾਹੀਦਾ ਜੇ ਤੁਹਾਨੂੰ ਮਿਲਦਾ ਹੈ ਤਾਂ ਹੀ ਮਿਲੇਗਾ, ਜੇ ਤੁਸੀਂ ਉਸ ਦੇ ਲਈ ਸੰਘਰਸ਼ ਕਰਦੇ। ਕਈਆਂ ਦਾ ਸਟਾਈਲ ਹੁੰਦਾ, ਕਈਆਂ ਦਾ ਇਹ ਪਰਸਨੈਲਿਟੀ ਪੁਆਇੰਟ ਹੁੰਦਾ ਕਿ ਉਹ ਨਹੀਂ ਕਹਿੰਦੇ ਕਿ ਮੈਨੂੰ ਕੰਸੀਡਰ ਕਰੋ, ਮੈਂ ਤੁਹਾਡੇ ਸਾਹਮਣੇ ਦਿਖਾਈ ਦੇ ਰਿਹਾ, ਮੇਰੀ ਤੁਹਾਡੀ ਕਾਰਗੁਜ਼ਾਰੀ ਵੇਖਣੀ ਚਾਹੀਦੀ ਹੈ। ਇਹ ਸਭ ਗੱਲਾਂ ਕੁੰਵਰ ਵਿਜੇ ਪ੍ਰਤਾਪ ਸਿੰਘ, ਆਪਾਂ 1-2 ਦਿਨ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਉਹ ਆਉਣਗੇ ਕਿ ਨਹੀਂ ਆਉਣਗੇ, ਵਿਸਤਾਰ ਦੇ ਵਿੱਚ ਉਹਨਾਂ ਨੂੰ ਲਿੱਤਾ ਜਾਏਗਾ ਕਿ ਨਹੀਂ ਲਿੱਤਾ ਜਾਏਗਾ, ਤੇ ਆਪਾਂ ਕੁਝ ਐਸੇ ਨਿਸ਼ਕਰਸ਼ ਤੇ ਪਹੁੰਚੇ ਸੀ ਕਿ ਸ਼ਾਇਦ ਨਹੀਂ, ਔਰ ਉਹ ਸ਼ਾਇਦ ਨਹੀਂ ਪੋਸੀਬਲ ਹੁੰਦਾ ਵਿਖਾਈ ਦਿੰਦਾ ਪਿਆ, ਕਿਉਂਕਿ ਉਹ ਇੱਕ ਐਸੀ ਪਰਸਨੈਲਿਟੀ ਹੈ, ਕਿਉਂਕਿ ਆਫਿਸਰ ਵੀ ਰਹਿ ਚੁੱਕੇ ਨੇ, ਸ਼ਾਇਦ ਆਪਣੇ ਮੂੰਹੋਂ ਨਹੀਂ ਕਹਿਣਗੇ ਕਿ ਮੈਂ ਆਉਣਾ ਚਾਹੁੰਦਾ। ਪਤਾ ਗੱਲ ਕੀ ਆ, ਬਹੁਤੀਆਂ ਜਗ੍ਹਾ ਦੇ ਉੱਤੇ ਇਦਾਂ ਹੀ ਹੁੰਦਾ ਸੰਜੀਵ ਜੀ, ਜੇ ਤੁਸੀਂ ਕਹਿੰਦੇ ਨਹੀਂ ਨਾ ਤਾਂ ਫਿਰ ਇਹਨੂੰ ਲੱਗਦਾ ਕਿ ਸ਼ਾਇਦ ਸਾਨੂੰ ਲੋੜ ਹੀ ਨਹੀਂ। ਗੱਲ ਇਹ ਹੈ, ਲੋੜ ਦੀ ਗੱਲ ਨਹੀਂ, ਗੱਲ ਇਹ ਆ ਕਿ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਕਿ ਗਵਰਨਮੈਂਟ ਨੂੰ ਮੇਰੀ ਲੋੜ ਹੈ, ਇਹ ਮੇਰੀਆਂ ਸਰਵਿਸਿਜ਼ ਲੈਣਾ ਚਾਹੁੰਦੇ ਨੇ। ਹਰ ਇੱਕ ਬੰਦਾ ਇੱਕੋ ਰੱਸੇ ਨਾਲ ਆਪਾਂ ਨਹੀਂ ਬਣ ਸਕਦੇ ਕਿ ਜੇ 10 ਬੰਦਿਆਂ ਨੇ ਕਿਹਾ ਮੈਨੂੰ ਲੈ ਲਓ ਤਾਂ 11ਵਾਂ ਵੀ ਕਹੇਗਾ, ਜ਼ਰੂਰੀ ਨਹੀਂ ਹੈ। ਸਾਨੂੰ ਦੇਖਣਾ ਪਏਗਾ, ਠੀਕ ਹੈ ਨਾ। ਔਰ ਅਸੀਂ ਨੋ ਡਾਊਟ ਉਹਨਾਂ ਦੀ ਕਾਬਲੀਅਤ ਦੇ ਉੱਤੇ ਤਾਂ ਕੋਈ ਕੁਐਸਚਨ ਮਾਰਕ ਲੱਗਦਾ ਹੀ ਨਹੀਂ ਤੁਹਾਨੂੰ। ਬੜਾ ਵੈਸੇ ਤੁਸੀਂ ਤਾਂ ਬੜਾ ਮਾਣ ਕਰਦੇ ਹੋ, ਮੈਨੂੰ ਲੱਗਦਾ ਲੈ ਹੀ ਦੇਣਾ ਚਾਹੀਦਾ। ਭਗਵੰਤ ਮਾਨ ਨੂੰ ਕਹਿ ਦੇਣਾ ਸੀ ਵੀ ਲੈ ਲੈਣਾ ਜ਼ਰੂਰ। ਮੇਰੀ ਗੱਲ ਤਾਂ ਕੋਈ ਮੰਨਦਾ ਨਹੀਂ ਨਾ, ਮੇਰੀ ਗੱਲ ਤਾਂ ਤੁਸੀਂ ਵੀ ਨਹੀਂ ਮੰਨਦੇ। ਵੈਸੇ ਤੁਸੀਂ ਇਹ ਔਨ ਕੈਮਰਾ ਕਹਿ ਕੇ ਜਾਤੀ ਕਰ ਰਹੇ ਆ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨਦਾ। ਸੋ ਮੇਰੀ ਗੱਲ ਕਹਿਣ ਦਾ ਮਤਲਬ ਇਹ ਹੈ ਕਿ ਉਸ ਦਿਨ ਵੀ ਆਪਾਂ ਨੂੰ ਡਾਊਟਫੁਲ ਕੇਸ ਲੱਗਦਾ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦਾ, ਔਰ ਨੈਚੁਰਲੀ ਡਾਊਟ ਆਪਣਾ ਕਲੀਅਰ ਹੁੰਦਾ ਨਜ਼ਰ ਆ ਰਿਹਾ ਕਿ ਨਹੀਂ ਉਹਨਾਂ ਦਾ ਨਾਂ ਸ਼ਾਮਿਲ ਹੈ। ਇਸ ਵਕਤ ਜਿਹੜੇ ਨੇ ਅਮਨ ਅਰੋੜਾ, ਡਾਕਟਰ ਇੰਦਰਬੀਰ ਨਿੱਜਰ, ਚੇਤਨ ਜੋਰਾ ਮਾਜਰਾ, ਫੌਜਾ ਸਿੰਘ ਸਰਾਹੀ ਤੇ ਅਨਮੋਲ ਗਗਨ ਮਾਨ, ਇੱਕੋ ਹੀ ਲੇਡੀ ਜਿਹੜੀ ਲਿੱਤੇ ਗਏ ਨੇ ਇਸ ਵਕਤ। ਸੋ ਗੁੱਡ ਮੂਵ। ਹੁਣ ਦੇਖੋ ਕੀ ਕਰਦੇ ਆ, ਕਿਉਂਕਿ ਜਦੋਂ ਇਹ ਸਾਰੇ ਡਿਸੀਜਨਸ ਹੋ ਰਹੇ ਸੀਗੇ ਲਾਸਟ ਮੋਮੈਂਟ ਤੱਕ ਸਭ ਨੂੰ ਇਹੀ ਪਤਾ ਸੀਗਾ ਕਿ ਉੱਥੇ ਕੇਜਰੀਵਾਲ ਸਾਹਿਬ ਨੇ, CM ਮਾਨ ਨੇ ਤੇ ਰਾਘਵ ਚੱਡਾ ਨੇ, ਇਹ 3 ਬੰਦਿਆਂ ਨੂੰ ਪਤਾ ਕਿ ਉੱਥੇ ਕਿਹੜੇ ਬੰਦੇ ਲਿੱਤੇ ਗਏ ਨੇ, ਵਿਸਤਾਰ ਕਿਸ ਸਾਈਡ ਤੇ ਕਿਸ ਦਿਸ਼ਾ ਵੱਲ ਅੱਗੇ ਵੱਧਦਾ ਪਿਆ। ਬਾਕੀ ਹਜੇ ਕੁਝ ਨਹੀਂ ਪਤਾ, ਕਿਉਂਕਿ ਹਜੇ ਸੀਕ੍ਰੇਟ ਆ, ਹਜੇ ਮੁੱਠੀ ਨਹੀਂ ਖੋਲੀ ਗਈ। ਹੁਣ ਮੁੱਠੀ ਖੋਲੀ ਤੇ ਅੱਜ ਗੱਲਾਂ ਬਾਹਰ ਆਈਆਂ ਨੇ। ਮੈਂ ਵੈਸੇ ਇੱਕ ਚੀਜ਼ ਦੇਖਦਾ, ਕਿਉਂਕਿ ਕੇਜਰੀਵਾਲ ਸਾਹਿਬ ਵੀ
ਐਕਸ ਆਫਿਸਰ ਰਹਿ ਚੁੱਕੇ ਨੇ। ਔਰ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਆਏ ਸੀਗੇ ਆਮ ਆਦਮੀ ਪਾਰਟੀ ਦੇ ਵਿੱਚ ਤੇ ਉਹਨਾਂ ਨੇ ਕਿਹਾ ਸੀ ਮੇਰਾ ਆਫਿਸਰ ਭਾਈ। ਹੁਣ ਆਫਿਸਰ ਕਿੱਦਾਂ ਦਾ ਹੁੰਦਾ, ਆਫਿਸਰ ਭਾਈ ਕਿੱਦਾਂ ਹੁੰਦਾ, ਕਿਤੇ ਉਹਨਾਂ ਨੂੰ ਇਹ ਕੁਝ ਹਿਚਕਿਚਾਹਟ ਤਾਂ ਨਹੀਂ ਲੱਗਦੀ ਕਿ ਹੀ ਇਜ਼ ਅ ਡੇਅਰਿੰਗ ਪਰਸਨੈਲਿਟੀ, ਕੱਲ੍ਹ ਨੂੰ ਕੋਈ ਅਜਿਹਾ ਸਟੈਪ ਲੈ ਲੈਣ ਜੋ ਸੈਂਟਰ ਨਾਲ ਸਿੱਧਾ ਟਕਰਾਵ ਹੋ ਜਾਏ ਔਰ ਮੈਂ ਵੀ ਗਵਰਨਮੈਂਟ ਚਲਾਉਣੀ ਹੈ ਦਿੱਲੀ ਦੇ ਵਿੱਚ, ਕਿਤੇ ਮੈਂ ਕਿਸੇ ਚੱਕਰ 'ਚ ਨਾ ਫਸਾਂ ਔਰ ਪੰਜਾਬ ਗਵਰਨਮੈਂਟ ਕਿਸੇ ਚੱਕਰ 'ਚ ਨਾ ਫਸੇ। ਕਿਉਂਕਿ ਤੁਸੀਂ ਜਾਣਦੇ ਹੋ ਕਿ ਪਹਿਲਾਂ ਵੀ ਜਿਹੜੇ ਕੇਸਿਸ ਦੇ ਵਿੱਚ ਉਹਨਾਂ ਨੇ ਤਹਿਕੀਕਾਤ ਕੀਤੀ ਹੈ, ਉਹਨਾਂ ਦੇ ਜੋ ਵੀ ਅਸਰ ਇੰਪੈਕਟਸ ਨੇ ਸਾਡੇ ਸਾਹਮਣੇ ਨੇ। ਬਹੁਤ ਕੁਝ ਹੋ ਸਕਦਾ ਸੰਜੀਵ ਜੀ, ਤੁਹਾਡੀ ਗੱਲ ਵੀ ਦਰੁਸਤ ਹੈ, ਬਿਲਕੁਲ ਇਹ ਵੀ ਹੋ ਸਕਦਾ। ਪਰ ਨਾ ਨਾਲ ਤੁਹਾਨੂੰ ਥੋੜ੍ਹੇ ਜਿਹੇ ਪੁਆਇੰਟ ਜਿਹੜੇ ਆ ਉਹ ਵੀ ਵੇਖਣੇ ਪੈਣਗੇ। ਤੁਸੀਂ ਜੇ ਕਹੋ ਕਿ ਫਲਾਨੀ ਚੀਜ਼ ਜਿਹੜੀ ਆ ਉਹ ਇੱਦਾਂ ਹੋ ਜਾਵੇ, ਫਲਾਨੀ ਚੀਜ਼ ਇੱਦਾਂ ਹੋ ਜਾਵੇ। ਜਦੋਂ ਤੁਹਾਨੂੰ ਯਾਦ ਹੋਵੇਗਾ ਇੱਥੇ ਬੱਸਾਂ ਚੱਲਣੀਆਂ ਸੀ ਆਪਣੇ ਜਲੰਧਰ ਹੀ, ਤੇ ਉੱਥੇ ਵੀ ਆਪਾਂ ਇੱਕ ਅਜੀਬ ਜਿਹੀ ਚੀਜ਼ ਦੇਖੀ ਸੀਗੀ। ਉੱਥੇ ਹੁੰਦਾ ਕਿ ਜਿਹੜਾ ਇੱਕ ਡੈਕੋਰਮ ਆ ਉਹ ਇਹ ਹੈ ਕਿ MLA ਮਿਨਿਸਟਰ, ਸਭ ਤੋਂ ਪਹਿਲਾਂ ਤਾਂ CM, ਫਿਰ ਮਿਨਿਸਟਰਸ, ਕੈਬਨਿਟ ਮਿਨਿਸਟਰ, ਫਿਰ MLAs, ਫਿਰ ਬਿਊਰੋਕ੍ਰੇਸੀ ਆਉਂਦੀ ਹੈ। ਇਹਨਾਂ ਦੇ ਨਾਲ ਇਹ ਲੱਗਦਾ ਪਿਆ ਕਿ ਕੁਝ ਹੋਰ ਹੀ ਤਰੀਕੇ ਦਾ ਜਿਹੜਾ ਚੱਲਣ ਡਿਆ, ਕਿਉਂਕਿ ਇਹਨਾਂ ਨੇ MLAs ਨੂੰ ਥੱਲੇ ਸੀਟ ਲਾਈ ਹੋਈ ਸੀ ਤੇ ਬਿਊਰੋਕਰੇਟਸ ਉੱਪਰ ਬੈਠੇ ਹੋਏ ਸੀਗੇ। ਸੋ ਇਹ ਵੀ ਤਰੀਕਾ ਹੈ ਕਿ ਬਹੁਤ ਡਿਫਰੈਂਟ ਸਟਾਈਲ ਆਫ ਵਰਕਿੰਗ ਹੈ ਇਹਨਾਂ ਦਾ। ਜੇ ਆਪਾਂ ਕਹੀਏ ਕਿ ਆਮ ਆਦਮੀ ਪਾਰਟੀ ਦਾ, ਉਹਨੂੰ ਵੀ ਆਪਾਂ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਇਹ ਪਾਰਟੀ ਜਿਹੜੀ ਹੈ ਵੱਖਰੇ ਤਰੀਕੇ ਦੇ ਨਾਲ ਕੰਮ ਕਰਦੀ ਹੈ। ਇਹਨੂੰ ਲੱਗਦਾ ਕਿ ਸ਼ਾਇਦ ਇਹੀ ਤਰੀਕਾ ਹੈ। ਸੋ ਇਸ ਸਮੇਂ ਜਿਹੜਾ ਵਿਸਥਾਰ ਹੈ, ਦੇਖੋ ਮਤਲਬ ਇਹ ਨਹੀਂ ਹੈਗਾ ਵੀ ਕੈਬਨਿਟ ਦੇ ਵਿੱਚ ਹੈ ਜਾਂ ਕੌਣ ਨਹੀਂ ਹੈ, ਸਾਨੂੰ ਨਹੀਂ ਪਤਾ ਸੀ। ਹੋ ਸਕਦਾ ਹੈ ਕਿਉਂਕਿ ਦੇਖੋ ਕੈਲੀਬਰ ਤੇ ਜਦੋਂ ਕੰਮ ਕਰਦਾ ਨਾ ਬੰਦਾ ਉਦੋਂ ਹੀ ਜਾਂਚ ਹੁੰਦਾ। ਆਪਾਂ ਨਹੀਂ ਕਹਿ ਸਕਦੇ ਕਿ ਫਲਾਣੇ ਦਾ ਕੈਲੀਬਰ ਬਹੁਤ ਤੱਕ ਜ਼ਿਆਦਾ ਹੀ ਹੈ ਤੇ ਫਲਾਣੇ ਦਾ ਘੱਟ ਆ। ਹੁਣ ਕੁੰਵਰ ਵਿਜੇ ਪ੍ਰਤਾਪ ਹੋਣਾ ਦੀ ਗੱਲ ਕੀਤੀ ਜਾਵੇ ਤੇ ਅਸੀਂ ਬੇਅਦਬੀ ਦੇ ਨਾਲ ਉਹਨੂੰ ਜੋੜ ਕੇ ਵੇਖਦੇ ਹਾਂ ਕਿ ਬੇਅਦਬੀ ਦੇ ਉੱਤੇ ਉਹਨਾਂ ਨੇ ਕੰਮ ਕੀਤਾ, 9 ਚਲਾਨ ਉਹ ਕਹਿੰਦੇ ਮੈਂ ਪੇਸ਼ ਕੀਤੇ, ਉਹਨਾਂ ਦੇ ਵਿੱਚੋਂ ਇੱਕ ਵੀ ਜਿਹੜਾ ਆ ਉਹ ਸਾਹਮਣੇ ਨਹੀਂ ਆਇਆ। ਪਰ ਸੇਮ ਟਾਈਮ ਉਹਨਾਂ ਦੀ ਕੈਪੇਬਿਲਿਟੀ ਇੱਥੇ ਵੀ ਹੈ ਕਿ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ। ਅੰਦਰਲੇ ਸੱਚ ਤਾਂ ਫਿਰ ਵੀ ਕਿਸੇ ਦੇ ਸਾਹਮਣੇ ਨਹੀਂ ਆਏ। ਹੁਣ ਤਾਂ ਉਹਨਾਂ ਕੋਲੇ ਪੋਲੀਟੀਕਲ ਪਾਰਟੀ ਵੀ ਹੈਗੀ ਆ। ਜੇ ਕੋਈ ਡਰ ਸੀਗਾ ਉਸ ਸਮੇਂ ਤੇ ਹੁਣ ਤੇ ਉਹ ਖੁੱਲ੍ਹ ਕੇ ਖੁਲਾਸਾ ਕਰ ਸਕਦੇ ਸੀ ਇਹਨਾਂ ਚੀਜ਼ਾਂ ਦਾ, ਪਰ ਉਹ ਹਲੇ ਤੱਕ ਨਹੀਂ ਹੋਇਆ। ਇੱਕ ਪੁਆਇੰਟ ਇਹ ਵੀ ਦੇਖਿਆ ਜਾ ਸਕਦਾ। ਦੂਸਰੇ ਬੰਨੇ ਹੁਣ ਆਹ 5 ਨਾਂ ਜਿਹੜੇ ਅਨਮੋਲ ਗਗਨ ਮਾਨ ਹੋ ਗਿਆ ਹੈ ਨਾ, ਨੋ ਡਾਊਟ ਅਨਮੋਲ ਗਗਨ ਮਾਨ ਇੱਕ ਸੈਲੀਬ੍ਰਿਟੀ ਹੈ। ਸ਼ਾਇਦ ਅਸੀਂ ਉਹਨਾਂ ਦੀ ਅੰਡਰ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਨਹੀਂ ਯਾਰ ਸੈਲੀਬ੍ਰਿਟੀ ਜਿਹੜੇ ਪਹਿਲਾਂ ਵੀ ਇੱਦਾਂ ਦੇ ਹੁੰਦੇ ਆ ਉਹ ਕੰਮ ਘੱਟ ਕਰਦੇ ਆ, ਉਹ ਸਿਰਫ ਤੇ ਸਿਰਫ ਪਾਰਟੀ ਦੇ ਵਿੱਚ ਇੱਕ ਨਿਸ਼ਾਨ ਬੈਚ ਬਣਾ ਕੇ ਰੱਖਿਆ ਜਾਂਦਾ ਹੈ। ਹੋ ਸਕਦਾ ਇਮੇਜ ਬਦਲ ਜਾਵੇ, ਉਹ ਕੰਮ ਕਰਨ। ਫਿਰ ਉਸ ਤੋਂ ਬਾਅਦ ਅਮਨ ਅਰੋੜਾ ਜਿਹੜਾ ਨੇ ਉਹ ਕਾਫੀ ਐਂਥੂਆਜ਼ ਲੱਗਦੇ ਨੇ, ਉਹ ਲੱਗਦਾ ਕਿ ਕੰਮ ਕਰ ਸਕਣਗੇ। ਪਰ ਕਈ ਵਾਰ ਇੱਦਾਂ ਹੁੰਦਾ ਨਾ, ਕਹਿੰਦੇ ਨੇ ਕਿ ਮੈਂ ਤੁਹਾਨੂੰ ਉਹ ਰਿਸ਼ਤੇ ਵਾਲੀ ਕਹਾਣੀ ਸੁਣਾਉਂਦੇ, ਕਹਿੰਦੇ ਕਿ ਰਿਸ਼ਤਾ ਜਦੋਂ ਅਸੀਂ ਕਰਦੇ ਹਾਂ ਉਦੋਂ ਅਸੀਂ ਸਾਰੇ ਗੁਣ ਦੇਖ ਕੇ ਦੱਸਦੇ, ਮੁੰਡਾ ਬਹੁਤ ਬੀਬਾ, ਫਲਾਨਾ ਬਹੁਤ ਬੀਬਾ, ਕੁੜੀ ਬਹੁਤ ਚੰਗੀ ਆ। ਪਰ ਕਈ ਵਾਰੀ ਹਾਲਾਤ ਇੱਦਾਂ ਦੇ ਹੋ ਜਾਂਦੇ ਆ, ਉਹ ਬੀਬੇ ਵੀ ਜਿਹੜੇ ਆ ਉਹ ਮਾੜੇ ਬਣ ਜਾਂਦੇ ਆ ਤੇ ਕਈ ਵਾਰੀ ਮਾੜੇ ਵੀ ਚੰਗੇ ਬਣ ਜਾਂਦੇ ਆ। ਹੁਣ ਇਹਨਾਂ ਦੇ ਕੋਲੋਂ ਵੀ ਉਮੀਦ ਇਹ ਆ ਕਿ ਜੇ ਇਹ ਮਾੜੇ ਵੀ ਹੋਣ ਤਾਂ ਵੀ ਇਹ ਚੰਗੇ ਬਣ, ਤੇ ਜੇ ਚੰਗੇ ਆ ਤਾਂ ਵੀ ਚੰਗੇ ਰਹਿਣ। ਕਿਉਂਕਿ ਪੰਜਾਬ ਨੂੰ ਸਿਰਫ ਤੇ ਸਿਰਫ ਕੰਮ ਚਾਹੀਦਾ ਹੈ। ਬਹੁਤ ਸਾਰੀਆਂ ਜਿਹੜੀਆਂ ਕਹਿ ਲਈਏ ਕਿ ਵੱਡੀਆਂ ਸਮੱਸਿਆਵਾਂ ਦਰਪੇਸ਼ ਨੇ ਪੰਜਾਬ ਦੇ ਲਈ। ਮੈਂ ਕੱਲ੍ਹ ਹੀ ਕਿਸੇ ਨਾਲ ਗੱਲ ਕਰ ਰਿਹਾ ਸੀ ਤੇ ਉਹ ਬਲਾਈਂਡ ਸਕੂਲ ਚਲਾਉਂਦੇ ਆ, ਤੇ ਮੈਨੂੰ ਕਹਿੰਦੇ, ਮੈਂ ਉਹਨਾਂ ਨੂੰ ਪੁੱਛ ਰਿਹਾ ਸੀ ਵੀ ਤੁਹਾਨੂੰ ਬਜਟ ਕਿਵੇਂ ਲੱਗਿਆ। ਉਹ ਕਹਿੰਦਾ ਕਿ ਮੈਨੂੰ ਬਜਟ ਬਹੁਤ ਮਾੜਾ ਲੱਗਿਆ, ਕਿਉਂਕਿ ਜਿਹੜੇ ਫਿਜ਼ੀਕਲੀ ਚੈਲੰਜ ਲੋਕੀ ਹੈ ਨਾ, ਸਾਨੂੰ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਫਿਜ਼ੀਕਲ ਚੈਲੰਜਿੰਗ ਲੋਕਾਂ ਦੇ ਲਈ ਵੀ ਕੁਛ ਨਾ ਕੁਛ ਲੈ ਕੇ ਆਏਗੀ, ਪਰ ਉਹਨਾਂ ਨੂੰ ਲੱਗਿਆ ਕਿ ਸਾਡੇ ਲਈ ਕੁਛ ਨਹੀਂ ਆਇਆ, ਇਸ ਕਰਕੇ ਉਹ ਨਾਰਾਜ਼ ਚੱਲਣ ਡੇ ਨੇ। ਤਾਂ ਫਿਰ ਦੂਸਰੇ ਬੰਨੇ ਅਸੀਂ ਭੱਠੇ ਵਾਲਿਆਂ ਦੀ ਗੱਲ ਕਰਦੇ ਹਾਂ। ਭੱਠੇ ਵਾਲੇ ਵੀ ਸੇਮ ਕਹਿੰਦੇ ਆ। ਉਹ ਕਹਿੰਦੇ ਜਿਹੜਾ 7-8 ਹਜ਼ਾਰ ਦਾ ਕੋਲਾ ਵਿਕਦਾ ਸੀ, ਮਿਲਦਾ ਸੀ ਸਾਨੂੰ, ਉਹ ਹੁਣ 25, 26, 27, 28 ਹਜ਼ਾਰ ਤੇ ਆ ਗਿਆ। ਤੇ ਹੁਣ ਅਸੀਂ ਕੀ ਕਰੀਏ? ਉਹ ਕਹਿੰਦੇ ਜੀ ਅਗਲੇ ਸੀਜ਼ਨ ਤਾਂ ਅਸੀਂ ਇੱਟਾਂ ਨਹੀਂ ਪੱਥਣੀਆਂ। ਹੁਣ ਇਹ ਵੀ ਮੁਸ਼ਕਿਲਾਂ ਨੇ। ਇਨਫਲੇਸ਼ਨ ਵੀ ਬਹੁਤ ਹਾਈ ਆ। ਫਿਰ ਬਹੁਤ ਸਾਰੇ ਵਰਗ ਇੱਦਾਂ ਦੇ ਨੇ ਜਿਹੜੇ ਹਲੇ ਰੁਕਦੇ ਆ। ਫਿਰ ਬੇਰੁਜ਼ਗਾਰ ਹਜੇ ਵੀ ਤੜਫਣ ਡੇ ਨੇ। एजुकेशन हले उससे पीक ते नहीं है, हैल्थ उससे पीक ते नहीं गई, ट्रांसपोर्ट उससे पीक ते नहीं है, मुश्किलां बड़ियां दरपेश ने। तो उत्तों करजा गल ये है खैरा साहब कि जो इकनॉमिक्स है ना, उदा ये मॉडर्न लॉ ये है कि ये देश नहीं है, ये सूबा नहीं है, एक कंपनी है। इनू कंपनी वाकन नहीं चलाया जाता, इनू देश वाकन या सूबे वाकन नहीं चलाया जाता। कंपनी अपना प्रॉफिट एंड लॉस देख के चलती है, कंपनी लॉस विच नहीं जा सकती। इस करके जो सारा बजट डिज़ाइन होएगा, कित्थों कर्जे लेने ने जी, कित्थों कित्थों बेनिफिट्स लेने ने, किनू किनू बेनिफिट्स देने ने, किनू किनू भाईवाल बनाना है, किनू बाहर रखना है तो किनू अंदर रखना, किहड़ा फ्रेम च होएगा तो किहड़ा फ्रेम तो आउट होएगा, ये सब कुछ सोच के पहले ही डिज़ाइन किया जाता है। पंजाब एक कंपनी है, कहण नूं जरूर सूबा है, इमोशनल होकर असीं जरूर गल्लां करदे हां, रंगला पंजाब,
ਸਾਡਾ ਪੰਜਾਬ ਦਾ ਵਿਰਸਾ। ਪਰ ਜਦੋਂ ਅਸੀਂ ਹਾਰਡ ਗਰਾਊਂਡਸ ਦੇ ਉੱਤੇ ਖੇਡਦੇ ਹਾਂ ਗੇਮ, ਜਦੋਂ ਇਕਨੋਮੀ ਦੀ ਗੱਲ ਆਉਂਦੀ ਹੈ ਜੀ, ਉਦੋਂ ਇਹਨੂੰ ਇੱਕ ਕੰਪਨੀ ਵਾਂਗ ਨਹੀਂ ਦੇਖਿਆ ਜਾਂਦਾ ਕਿ ਪ੍ਰੋਫਿਟ 'ਚ ਕੰਪਨੀ ਕਿਵੇਂ ਜਾਏਗੀ। ਬੈਲੈਂਸ ਸ਼ੀਟ ਉਵੇਂ ਹੀ ਤਿਆਰ ਹੁੰਦੀ ਹੈ, ਉਵੇਂ ਹੀ ਭਾਰਤ ਨੂੰ ਇੱਕ ਕੰਪਨੀ ਦੇ ਤੌਰ ਤੇ ਦੇਖਿਆ ਜਾਂਦਾ। ਜਿਸ ਤਰ੍ਹਾਂ ਇੱਕ ਕੰਪਨੀ ਆਪਣੇ ਸ਼ੇਅਰਸ ਰਿਲੀਜ਼ ਕਰੇਗੀ, ਸ਼ੇਅਰ ਮਾਰਕੀਟ ਦੇ ਵਿੱਚ ਜਾਏਗੀ, ਕੈਪੀਟਲ ਇਨਵੈਸਟਮੈਂਟ ਨੂੰ ਕਿਵੇਂ ਇਨਵਾਈਟ ਕਰੇਗੀ, ਕਿਹੜੇ ਸਟੇਕ ਹੋਲਡਰਸ ਹੋਣਗੇ, ਕਿਹੜੇ ਸ਼ੇਅਰ ਹੋਲਡਰਸ ਹੋਣਗੇ, ਠੀਕ ਹੈ ਨਾ, ਕਿੰਨੀ ਪਰਸੈਂਟ ਕਿਹਨੂੰ ਤਾਕਤ ਦੇਣੀ ਹੈ, ਕਿਹੜਾ ਬੋਲਣ ਦੀ ਤਾਕਤ ਰੱਖੇਗਾ, ਕਿਹੜਾ ਨਹੀਂ ਰੱਖੇਗਾ। ਪੰਜਾਬ ਨੂੰ ਇੱਕ ਕੰਪਨੀ ਦੇ ਤੌਰ ਤੇ ਦੇਖੋ। ਔਰ ਕੈਪਟਨ ਜਿਹੜੇ ਪਹਿਲਾਂ ਸਾਬਕਾ ਸਾਡੇ ਸੀਐਮ ਰਹਿ ਚੁੱਕੇ ਨੇ, ਉਹ ਕਿਤੇ ਨਾ ਕਿਤੇ ਆਪਣੀਆਂ ਗੱਲਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰ ਦਿੰਦੇ ਸੀ, ਪਰ ਅਸਿੱਧੇ ਤੌਰ ਤੇ, ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਸਿੱਧੇ ਤੌਰ ਤੇ ਕੀਤਾ ਲੋਕਾਂ ਨੇ ਐਕਸੈਪਟ ਨਹੀਂ ਕਰਨਾ। ਪਰ ਜੇ ਆਪਾਂ ਉਹਨਾਂ ਦੀਆਂ ਅਸਿੱਧੇ ਤੌਰ ਦੀਆਂ ਗੱਲਾਂ ਨੂੰ ਆਪਾਂ ਸਿੱਧਾ ਲੈ ਕੇ ਚੱਲੀਏ ਤਾਂ ਇਸ ਵਕਤ ਭਗਵੰਤ ਮਾਨ ਸਾਹਿਬ ਇੱਕ CEO ਨੇ ਔਰ ਕੰਪਨੀ ਹੈ ਪੰਜਾਬ। ਅਸੀਂ ਸਾਰੇ ਉਸ ਕੰਪਨੀ ਦੇ ਵਿੱਚ ਰਹਿਣ ਵਾਲੇ ਲੋਕ ਹਾਂ। ਮਤਲਬ ਤੁਹਾਡੀ ਗੱਲ ਬਿਲਕੁਲ ਦਰੁਸਤ ਆ, ਮੈਂ ਨਹੀਂ ਕਹਿੰਦਾ ਕਿ ਤੁਹਾਡੀ ਗੱਲ ਗਲਤ ਆ, ਪਰ ਨਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਰਕਾਰ ਦੇ ਹੱਥ ਦੇ ਵਿੱਚ ਹੁੰਦੀਆਂ ਨੇ। ਤੰਤਰ ਬਹੁਤ ਵੱਡਾ ਆ, ਤੰਤਰ ਹੈ ਵੱਡਾ। ਕੰਮ ਕਰਨਾ ਚਾਹੇ ਤੁਸੀਂ ਇਦਾਂ ਸਮਝ ਕੇ ਕਰ ਲਓ ਵੀ ਇਹ ਕੰਪਨੀ ਹੈ ਤੇ ਮੈਂ CEO, ਜਾਂ ਫਿਰ ਇਹ ਕੰਮ ਕਰ ਲਓ ਕਿ ਤੁਸੀਂ ਇਹ ਸਮਝ ਲਓ ਕਿ ਇਹ ਆਰਗੇਨਾਈਜੇਸ਼ਨ ਆ, ਮੈਂ ਇਹ ਆਰਗੇਨਾਈਜੇਸ਼ਨ ਨੂੰ ਮੈਂ ਦਿਵਾਲੀਆ ਨਹੀਂ ਹੋਣ ਦੇਣਾ, ਮੈਂ ਪ੍ਰੋਫਿਟ 'ਚ ਲੈ ਕੇ ਜਾਣਾ ਆ। NGO ਸਮਝ ਕੇ ਕੰਮ ਕਰ ਲਓ, ਕੰਮ ਕਰੋ ਤਾਂ ਸਹੀ। ਇੱਕ ਪੁਆਇੰਟ ਆ ਇਹਦੇ ਵਿੱਚ ਵੀ, ਬਜਟ ਦੀ ਤੁਸੀਂ ਗੱਲ ਕੀਤੀ ਹੈ ਕਿ ਜੋ ਦਿਵਿਆਂਗ ਨੇ ਉਹਨਾਂ ਨੂੰ ਪਸੰਦ ਨਹੀਂ ਆਇਆ, ਠੀਕ ਹੈ। ਹੋਰ ਵੀ ਕਈ ਵਰਗ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਵਾਸਤੇ ਇਹਦੇ ਵਿੱਚ ਕੁਝ ਨਹੀਂ ਹੈਗਾ। ਕਾਰਨ ਤੁਸੀਂ ਇੱਕ ਛੋਟੀ ਜਿਹੀ ਐਗਜ਼ਾਮਪਲ, ਕਿਉਂਕਿ ਇਹ ਵੀ ਜੋ ਬਜਟ ਹੈ ਇਹਦੇ ਵਿੱਚ ਵੀ ਤਰਜੀਹ ਦਿੱਤੀ ਜਾ ਰਹੀ ਹੈ ਕਰਜ਼ੇ ਲੈ ਕੇ ਕੰਮ ਚੱਲੇਗਾ। ਕਰਜ਼ੇ ਕਿੱਥੋਂ ਲਿੱਤੇ ਜਾਣਗੇ? ਸੈਂਟਰ ਗਵਰਨਮੈਂਟ ਕੋਲੋਂ ਲਿੱਤੇ ਜਾਣਗੇ ਜੀ। ਵਾਈ ਨਾਟ ਫਰੋਮ NRIs? ਇੱਥੋਂ ਮਿਲਣਗੇ ਤੁਹਾਨੂੰ 8 ਤੋਂ 10% ਤੇ, NRIs ਤੁਹਾਨੂੰ 4 ਤੋਂ 6% ਤੇ ਵੀ ਦੇ ਸਕਦੇ ਨੇ। ਤੁਸੀਂ ਉਧਰ ਕਿਉਂ ਨਹੀਂ ਕਦਮ ਵਧਾਉਂਦੇ ਪਏ, ਇੱਧਰ ਨੂੰ ਕਿਉਂ ਕਦਮ ਵਧਾਉਂਦੇ ਪਏ? ਦੇਖੋ ਇਹ ਗੱਲ ਤੇ ਬਿਲਕੁਲ ਗਲਤ ਹੈ ਨਾ। ਦੇਖੋ ਗਲਤ ਗੱਲ ਹੈ, ਪਰ ਵਿਚਲੀ ਗੱਲ ਸਮਝੋ, ਕਿਹਨੂੰ ਪ੍ਰੋਫਿਟ ਦੇਣਾ, ਕਿਹਦੇ ਨਾਲ ਕਿਹੜੀ ਭਾਈਵਾਲੀ ਕੀਤੀ ਹੋਈ ਹੈ, ਅੰਦਰ ਖਾਤੇ ਕਿਹੜੀ ਗੱਲ ਚੱਲਦੀ ਪਈ ਹੈ, ਇਹ ਸਾਨੂੰ ਪਬਲਿਕ ਨੂੰ ਨਹੀਂ ਪਤਾ। ਇਹ ਗੱਲ ਆਊਟ ਨਹੀਂ ਹੈ, ਲੇਕਿਨ ਅੰਦਰ ਗੱਲਾਂ ਬਿਲਕੁਲ ਕਲੀਅਰ ਨੇ ਕਿ ਪੈਸਾ ਕਿੱਥੋਂ ਆਣਾ ਹੈ। ਜੇ ਕਿਸੇ ਕਾਰਪੋਰੇਟ ਹਾਊਸ ਤੋਂ ਵਾਇਆ ਸੈਂਟਰ ਆਉਣਾ ਹੈ, ਪਰ ਪ੍ਰੋਫਿਟ ਕਾਰਪੋਰੇਟ ਹਾਊਸ ਨੂੰ ਜਾਣਾ, ਕਿਉਂਕਿ ਤੁਸੀਂ ਜਿਵੇਂ ਕਹਿੰਦੇ ਆ ਨਾ ਕਿ ਦਰਿਆ 'ਚ ਰਹਿ ਕੇ ਮਗਰਮੱਛ ਨਾਲ ਵੈਰ ਨਹੀਂ ਕਰ ਸਕਦੇ, ਇੱਦਾਂ ਜਿਹੜੇ ਵੱਡੇ ਪਾਵਰਫੁਲ ਲੋਕ ਬੈਠੇ ਨੇ, ਵੱਡੀ ਪਾਵਰਫੁਲ ਲੋਬੀ ਹੈ, ਉਸ ਲੋਬੀ ਤੋਂ ਅਗੇਂਸਟ ਕਿਵੇਂ ਜਾ ਸਕਦੇ ਹੋ? ਤੁਹਾਨੂੰ ਉਹਨਾਂ ਨੂੰ ਨਾਲ ਲੈ ਕੇ ਤੁਰਨਾ ਪਏਗਾ। ਬਹੁਤ ਚੀਜ਼ਾਂ ਕੰਸੀਲਡ ਹੁੰਦੀਆਂ ਨੇ, ਸਾਰੀਆਂ ਚੀਜ਼ਾਂ ਉੱਪਰ ਨਹੀਂ ਹੁੰਦੀਆਂ। ਜਿੱਦਾਂ ਆਪਾਂ ਪਹਿਲਾਂ ਇੱਕ ਸ਼ਬਦ ਦਾ ਇਸਤੇਮਾਲ ਕਰਦੇ ਰਹੇ ਹਾਂ, ਡੀਪ ਸਟੇਟ। ਹੁਣ ਜਿਹੜੀ ਡੀਪ ਸਟੇਟ ਵਰਕ ਕਰੇਗੀ ਉਹ ਕਿਸੇ ਹੋਰ ਤਰ੍ਹਾਂ ਵਰਕ ਕਰੇਗੀ, ਜਿਹੜੀ ਉਜਾਗਰ ਹੈ ਉਹ ਹੋਰ ਤਰ੍ਹਾਂ ਉਜਾਗਰ ਹੈ। ਹੁਣ ਇਸ ਛੋਟੀ ਜਿਹੀ ਗੱਲ ਤਾਂ ਤੁਸੀਂ ਫੜ ਸਕਦੇ ਹੋ ਗੱਲ ਕਿ ਉਧਰੋਂ ਤੁਹਾਨੂੰ ਘੱਟ ਰੇਟ 'ਤੇ ਮਿਲਦਾ, ਇਹ ਤੁਹਾਨੂੰ ਦਿੰਦਾ ਹੈ 6% ਤੇ, B ਤੁਹਾਨੂੰ ਦਿੰਦਾ ਹੈ 10% ਤੇ, ਤੁਸੀਂ ਕਹਿੰਦੇ ਮੈਂ B ਕੋਲੋਂ ਲੈਣਾ। ਵਾਈ ਨਾਟ ਫਰੋਮ A? ਕੋਈ ਬੈਨੀਫਿਟ ਹੋਏਗਾ ਨਾ, ਕੋਈ ਵਿਨ ਸਿਚੁਏਸ਼ਨ ਅੰਦਰ ਖਾਤੇ ਡੀਲ ਹੋਏਗੀ, ਠੀਕ ਹੈ ਨਾ, ਕੋਈ ਮਿਊਚੁਅਲ ਬੈਨੀਫਿਟਸ ਹੋਣਗੇ। ਦੈਟ ਇਜ਼ ਵਾਈ। ਸੋ ਕਈ ਵਾਰ ਤੇ ਲੋਕ ਕਹਿੰਦੇ ਨੇ ਕਿ ਜਿਹੜਾ ਬਜਟ ਹੁੰਦਾ ਹੈ ਜਾਂ ਇਦਾਂ ਦੀਆਂ ਪਾਲਿਸੀਜ਼ ਹੁੰਦੀਆਂ ਨੇ, ਇਹ ਆਮ ਲੋਕਾਂ ਵਾਸਤੇ ਹੁੰਦੀਆਂ ਹੀ ਨਹੀਂ, ਇਹ ਤਾਂ ਉਹਨਾਂ ਵਾਸਤੇ ਹੁੰਦੀਆਂ ਨੇ ਜਿਹੜੇ ਮਿਲ ਕੇ ਸਰਕਾਰ ਚਲਾਉਂਦੇ ਨੇ, ਜਿਹੜੇ ਮਿਲ ਕੇ ਸੱਤਾ ਚਲਾਉਂਦੇ ਨੇ, ਜਿਹਨਾਂ ਨੂੰ ਵੱਡੇ ਸਾਰੇ ਚੰਕ ਜਾਣੇ ਆ ਵੀ ਵੱਡਾ ਘੱਟ ਉਹਨਾਂ ਕੋਲੇ ਚਲੇ ਜਾਣਾ, ਵੀ ਤੁਸੀਂ ਦੋਗੇ ਤਾਂ ਫਾਇਦਾ ਹੋ ਜਾਊਗਾ। ਤੁਸੀਂ ਸਮਝ ਰਹੇ ਹੋ ਇਸ ਪੁਆਇੰਟ ਨੂੰ ਕਿ ਕੀ ਪੁਆਇੰਟ ਹੈ। ਚਲੋ ਆਪਾਂ ਅੱਗੇ ਵਧਦੇ ਆ। ਬੜੀਆਂ ਸਾਰੀਆਂ ਗੱਲਾਂ ਅਸੀਂ ਕਰਨੀਆਂ ਅੱਜ ਪੰਜਾਬ ਦੇ ਬਾਬਤ ਤੇ ਕਹਿੰਦੇ ਆ ਜੀ ਕਿ ਸਿਮਰਨਜੀਤ ਸਿੰਘ ਮਾਨ ਹੁਣਾਂ ਦੇ ਜਿਹੜੇ ਸਿਹਤ ਜਿਹੜੀ ਆ ਉਹ ਵੀ ਹੁਣ ਠੀਕ ਹੋਣੀ ਸ਼ੁਰੂ ਹੋ ਗਈ ਆ, ਤੇ ਕਰੋਨਾ ਹੋ ਗਿਆ ਸੀ, ਠੀਕ ਹੈ। ਤੇ ਅੱਜ ਮੈਨੂੰ ਤਾਂ ਯਾਦ ਆਇਆ ਕਿਉਂਕਿ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਸ਼੍ਰੀ ਬਲਕੌਰ ਸਿੰਘ ਹੁਣੀ ਉਹ ਆਏ ਨੇ, ਕਿਉਂਕਿ ਉਹ ਰੋਡ ਜਿਹੜਾ ਆ ਉਹ ਸਿੱਧੂ ਮੂਸੇਵਾਲੇ ਦੇ ਨਾਮ ਤੇ ਰੱਖਿਆ ਗਿਆ, ਉਹਨਾਂ ਦੇ ਪਿੰਡ ਤੋਂ ਲੈ ਕੇ ਜਿਹੜਾ ਉਹ ਰੋਡ ਜਾਂਦਾ ਆ। ਕਿਤੇ ਨਾ ਕਿਤੇ ਅੱਜ ਜਿਹੜੀਆਂ ਉਹਨਾਂ ਦੀਆਂ ਸਪੀਚ ਸੀਗੀ, ਬੜੀ ਇੱਦਾਂ ਲੱਗਦਾ ਸੀ ਵੀ ਕਾਲਜਾ ਹੀ ਬਲੁੰਦਰਿਆ ਗਿਆ, ਜੋ ਜਿਵੇਂ ਉਹ ਕਹਿੰਦੇ ਸੀਗੇ। ਸ਼ੁਰੂਆਤ ਕੀਤੀ ਉਹਨਾਂ ਨੇ ਸੰਜੀਵ ਜੀ ਕਿ ਸਿੱਧੂ ਹੈ ਨਹੀਂ ਆ, ਅਸੀਂ ਜੀਣ ਦੀ ਕੋਸ਼ਿਸ਼ ਕਰ ਰਹੇ ਹਾਂ, ਬੜਾ ਔਖਾ ਆ। ਫਿਰ ਬੜੀਆਂ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ। ਉਹ ਕਹਿੰਦੇ ਕਿ 7 ਤੋਂ 8 ਵਾਰੀ ਕੋਸ਼ਿਸ਼ ਕੀਤੀ ਪਹਿਲਾਂ ਉਹਨੂੰ ਮਾਰਨ ਦੀ, 50 ਤੋਂ 60 ਬੰਦੇ ਪਿੱਛੇ ਲੱਗੇ ਹੋਏ ਸੀ। ਅੱਛਾ, ਐਡਾ ਕੁਝ ਸੀਗਾ, ਕਦੇ ਨਿਕਲ ਕੇ ਕਿਉਂ ਨਹੀਂ ਬਾਹਰ ਆਇਆ? ਕਿ ਐਡਾ ਡਰ ਸੀਗਾ? ਐਡੇ ਸੈਲੀਬ੍ਰਿਟੀ ਨੇ ਕਿਉਂ ਨਹੀਂ ਸ਼ਿਕਾਇਤ ਕੀਤੀ ਪੁਲਿਸ ਥਾਣਿਆਂ ਦੇ ਵਿੱਚ? ਕਿਉਂ ਨਹੀਂ ਉਹਨਾਂ ਲੋਕਾਂ ਦੇ ਨੂੰ ਸਸਪੈਕਟ ਰੱਖਿਆ? ਕਿਉਂ ਨਹੀਂ ਤੰਤਰ ਨੇ ਉਹਨੂੰ ਸਪੈਸ਼ਲ ਪ੍ਰੋਟੈਕਸ਼ਨ ਦਿੱਤੀ? ਕਿਉਂ ਨਹੀਂ ਉਹਨੇ ਪਹਿਲਾਂ ਆਪਣੀ ਜਾਨ ਨੂੰ ਖਤਰਾ ਦੱਸਿਆ? ਇਹ ਵੀ ਕਿਤੇ ਨਾ ਕਿਤੇ ਊਣਤਾਈਆਂ ਪਰਿਵਾਰ ਦੀਆਂ ਤੇ ਹੈਗੀਆਂ ਨਾ। ਇਹ ਫਿਰ ਮੈਨੂੰ ਇਹ ਲੱਗਿਆ ਕਿ ਹੁਣ ਉਹ ਬਲਕੌਰ ਸਿੰਘ ਜੀ ਕਹਿ ਰਹੇ ਸੀਗੇ ਕਿ 7 ਤੋਂ 8 ਵਾਰੀ ਕਹਿੰਦੇ ਇਲੈਕਸ਼ਨ ਟਾਈਮ ਹੀ ਹਮਲਾ ਹੋਇਆ। ਇੱਕ ਵਾਰੀ ਕਹਿੰਦੇ ਦੁਬਈ ਤੋਂ ਕਨਸਰਟ ਕਰਕੇ ਵਾਪਸ ਆ ਰਿਹਾ ਸੀ, ਉਦਣ ਵੀ ਹਮਲਾ ਹੋਇਆ।
ਜੇ ਇੰਨਾ ਕੁਝ ਹੋਇਆ ਸੀ ਤੇ ਬਾਹਰ ਕਿਉਂ ਨਹੀਂ ਆਇਆ? ਪਤਾ ਕਿਉਂ ਨਹੀਂ ਲੱਗਿਆ ਵੀ ਆਹ ਚੀਜ਼ਾਂ ਹੁੰਦੀਆਂ? ਕਿਉਂ ਨਹੀਂ ਪਤਾ ਲੱਗਿਆ? ਸ਼ਾਇਦ ਫਿਰ ਤੁਸੀਂ ਐਫ ਆਈ ਆਰ ਨਹੀਂ ਕਿਸੇ ਤੇ ਕੀਤੀ। ਐਡਾ ਵੱਡਾ ਸੈਲੈਬ੍ਰਿਟੀ ਹੋਵੇ, ਕਿਉਂਕਿ ਤੁਸੀਂ ਦੇਖੋ ਅਮਰੀਕਾ, ਕੈਨੇਡਾ, ਇੰਡੀਅਨ ਸੈਲੀਬ੍ਰਿਟੀ, ਸੈਂਟਰਲ ਦੀਆਂ ਬਾਲੀਵੁੱਡ ਸੈਲੀਬ੍ਰਿਟੀਜ਼ ਦੀਆਂ ਗੱਲ ਕਰ ਲਈਏ ਅਸੀਂ, ਜਿਹੜੇ ਬੰਬੇ ਰਹਿੰਦੇ ਆ, ਉਹਨਾਂ ਨੂੰ ਥੋੜ੍ਹਾ ਜਿਹਾ ਥ੍ਰੈਟ ਹੋਵੇ ਉਹ ਆਪਣੇ ਚੁਕੰਨੇ ਹੋ ਜਾਂਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬਈ ਅਸੀਂ ਪੈਸੇ ਕਮਾਉਣੇ ਆ, ਸਾਨੂੰ ਰੈਂਸਮ ਕਾਲ ਆ ਜਾਂਦੀ ਆ, ਉਹਨਾਂ ਦਾ ਕੀ ਜਾਣਾ, ਉਹਨਾਂ ਨੇ ਸਾਨੂੰ ਗੋਲੀ ਮਾਰ ਦੇਣੀ। ਸਾਡਾ ਇੰਨਾ ਵੱਡਾ ਕਰੀਅਰ, ਇੰਨਾ ਅਸੀਂ ਇਸ ਮੁਕਾਮ ਤੱਕ, ਮੈਂ ਤਾਂ ਨਹੀਂ ਕੀ ਖੋਹਦੇ ਆ ਲੋਕ ਮੁਕਾਮ ਤੱਕ ਪਹੁੰਚਣ ਦੇ ਲਈ, ਕਿਉਂਕਿ ਰਾਤੋਂ ਰਾਤ ਕੋਈ ਨਹੀਂ ਸਟਾਰ ਬਣ ਜਾਂਦਾ, ਰਾਤੋਂ ਰਾਤ ਕੋਈ ਉਸ ਮੁਕਾਮ ਤੱਕ ਨਹੀਂ ਪਹੁੰਚਦਾ। ਸ਼ਾਇਦ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਐਂਡ ਤੋਂ, ਜਾਂ ਉਹਨਾਂ ਦੇ ਪਰਿਵਾਰ ਐਂਡ ਤੋਂ, ਜਾਂ ਬਲਕੌਰ ਸਿੰਘ ਉਹਨਾਂ ਦੇ ਐਂਡ ਤੋਂ ਵੀ ਇਹ ਗਲਤ ਗੱਲ ਰਹੀ ਹੈ ਨਾ। ਬਿਲਕੁਲ, ਅਸੀਂ ਅਕਸਰ ਕਹਿੰਦੇ ਹਾਂ ਕਿ ਰਾਤੋਂ ਰਾਤ ਸਟਾਰ ਬਣ ਗਿਆ। ਨਹੀਂ, ਉਹ ਰਾਤੋਂ ਰਾਤ ਸਟਾਰ ਨਹੀਂ ਬਣਿਆ। ਉਹ ਰਾਤੋਂ ਰਾਤ ਸਟਾਰ ਬਣਨ ਵਾਸਤੇ ਉਹ ਕਿੰਨੀਆਂ ਰਾਤਾਂ ਜਾਗਿਆ, ਕਿੰਨੇ ਦਿਨਾਂ 'ਚ ਉਹਨੇ ਮਿਹਨਤ ਕੀਤੀ, ਕਿੰਨੇ ਦਿਨਾਂ 'ਚ ਮਿਹਨਤ ਕੀਤੀ ਹੈ, ਉਹ ਸਭ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਔਰ ਉਹਨਾਂ ਦੇ ਪਿਤਾ ਜੀ ਇਹ ਵੀ ਕਹਿੰਦੇ ਨੇ ਕਿ ਕਈ ਲੋਕ ਸੜਦੇ ਸੀ ਸਿੱਧੂ ਦੀ ਕਾਮਯਾਬੀ ਤੋਂ, ਤਰੱਕੀ ਤੋਂ, ਉਹਨਾਂ ਦੇ ਬੇਟੇ ਦੀ ਤਰੱਕੀ ਤੋਂ। ਤਾਂ ਇਹ ਵੀ ਕਾਰਨ ਸੀ। ਤੁਹਾਡੀ ਗੱਲ ਬਿਲਕੁਲ ਦਰੁਸਤ ਆ ਕਿ ਜੇ ਇਹ ਗੱਲਾਂ ਸਾਹਮਣੇ ਆਉਂਦੀਆਂ ਸੀ ਤਾਂ ਤੁਹਾਨੂੰ ਚਾਹੀਦਾ ਸੀ ਕਿ ਇਹ ਗੱਲਾਂ ਪ੍ਰਸ਼ਾਸਨ ਦੇ ਨੋਟਿਸ ਵਿੱਚ ਲੈ ਕੇ ਆਉਂਦੇ। ਕਿੰਨੀਆਂ ਕਿ ਐਫ ਆਈ ਆਰ ਦਰਜ ਹੈ? ਮੈਨੂੰ ਇਹ ਹੈਰਾਨੀ ਹੋ ਰਹੀ ਆ ਕਿ ਜੇ ਤਾਂ ਐਫ ਆਈ ਆਰ ਹੁੰਦੀਆਂ ਤਾਂ ਮੀਡੀਆ ਨੇ ਖੰਗਾਲ ਕੇ ਸਾਹਮਣੇ ਲਿਆਉਣੀਆਂ ਸੀ। ਬਿਲਕੁਲ ਸਹੀ ਆ। ਔਰ ਜੇ ਤਾਂ ਉਹਨਾਂ ਨੂੰ ਇੰਨਾ ਜ਼ਿਆਦਾ ਖਤਰਾ ਹੁੰਦਾ, 50-60 ਲੋਕ ਲੱਗੇ ਹੁੰਦੇ ਆ, ਤੇ ਐਡੀ ਮਾੜੀ ਗਵਰਨਮੈਂਟ ਕੋਈ ਵੀ ਨਹੀਂ ਹੈਗੀ ਕਿ ਐਡੇ ਵੱਡੇ ਸੈਲੈਬ੍ਰਿਟੀ ਨੂੰ, ਕਿਉਂਕਿ ਹੋ ਤਾਂ ਦੇਖੋ ਥੋੜਾ ਜਿਹਾ ਪੈਸੇ ਲੱਗਦੇ ਹੁੰਦੇ ਆ ਔਰ ਤੁਹਾਨੂੰ ਸਿਕਿਉਰਿਟੀ ਮਿਲ ਜਾਂਦੀ ਹੈ। ਬਿਲਕੁਲ ਮਿਲਦੀ ਹੈ। ਕਿੱਥੇ ਆ ਸਾਰੀਆਂ ਚੀਜ਼ਾਂ? ਤੁਸੀਂ ਕਹਿ ਰਹੇ ਹੋ ਕਿ ਕਹਿੰਦੇ ਕਿ ਇਲੈਕਸ਼ਨ ਕੈਂਪੇਨ ਦੌਰਾਨ ਉਹਨਾਂ ਤੇ ਹਮਲਾ ਹੋਇਆ, ਚਲੋ ਮੰਨਦੇ ਆ ਹੋਇਆ, ਫਿਰ ਉਦੋਂ ਕਾਹਤੋਂ ਨਹੀਂ ਐਫ ਆਈ ਆਰ ਹੋਈ? ਕੋਤਾਹੀ ਹੈ ਨਾ। ਬਿਲਕੁਲ ਹੈ। ਫਿਰ ਸਰਕਾਰ ਜਦੋਂ ਤੁਹਾਡੇ ਸਰਕਾਰ ਫਿਰ ਵਾਪਸ ਕਿਉਂ ਲੈਂਦੀ ਸਿਕਿਉਰਿਟੀ? ਉਹ ਕਹਿੰਦੇ ਵੀ ਠੀਕ ਆ, ਨਾਰਮਲ ਆ, ਜਿੱਤਿਆ ਨਹੀਂ ਵੀ ਹੁਣ ਤਾਂ ਸਿਕਿਉਰਿਟੀ ਲੈਣੀ ਆ। ਪ੍ਰੋਸੀਜਰਲ ਇਹ ਚੀਜ਼ ਹੁੰਦੀ ਆ। ਪ੍ਰੋਸੀਜਰਲ ਤਾਂ ਇਹੀ ਆ, ਅਸੀਂ ਕਿਸੇ ਨੂੰ ਜੈਡ ਸਿਕਿਉਰਿਟੀ ਨਹੀਂ ਦੇ ਸਕਦੇ ਪੂਰੇ ਟਾਈਮ ਲਈ, ਕਿਉਂਕਿ ਪ੍ਰਸ਼ਾਸਨ ਕੋਲ ਇੰਨਾ ਸੁਤੰਤਰ ਬੰਤਰ ਹੈ ਹੀ ਨਹੀਂ ਆ। ਔਰ ਜੇ ਤੁਹਾਨੂੰ ਖਤਰਾ ਸੀ, ਤੁਸੀਂ ਬਕਾਇਦਾ ਐਫ ਆਈ ਆਰਸ ਕਰਾਉਂਦੇ, ਕਾਪੀਆਂ ਲੈਂਦੇ, ਦੱਸਦੇ ਕਿ ਇੱਥੇ ਤੇ ਥ੍ਰੈਟ ਆ, ਸਾਨੂੰ ਸਿਕਿਉਰਿਟੀ ਚਾਹੀਦੀ, ਕਿਉਂ ਨਹੀਂ ਮਿਲਦੀ? ਬਿਲਕੁਲ ਮਿਲਦੀ, ਔਰ ਪ੍ਰੂਫ ਦਿੰਦੇ ਕਿ ਇਸ ਥਾਂ ਦੇ ਉੱਤੇ ਸਾਡੇ ਉੱਤੇ ਇਹ ਹਮਲਾ ਹੋਇਆ। ਔਰ ਨਿਊਜ਼ ਕਿਉਂ ਨਹੀਂ ਬਣੀ? ਬਿਲਕੁਲ। ਸੋ ਹੁਣ ਇਹ ਪਤਾ ਨਹੀਂ, ਕਿਉਂਕਿ ਅਸੀਂ ਤੇ ਸਿੰਪਥੀ ਰੱਖਦੇ ਹਾਂ ਔਰ ਸਿੰਪਥੀ ਹਮੇਸ਼ਾ ਰਹਿਣੀ ਹੈ। ਸਿੰਪਥੀ ਸਾਡੀ ਬਿਲਕੁਲ ਹੈ, ਕਿਉਂਕਿ ਪੰਜਾਬ ਦਾ ਮੁੰਡਾ ਉਹਨੇ ਪੰਜਾਬ ਚੁਣਿਆ। ਸੰਜੀਵ ਜੀ ਦੇਖੋ, ਸਾਰੀਆਂ ਗੱਲਾਂ ਛੱਡ ਕੇ ਉਹਨੇ ਪੰਜਾਬ ਚੁਣਿਆ, ਨਹੀਂ ਤਾਂ ਉਹ ਚੰਡੀਗੜ੍ਹ ਰਹਿੰਦਾ, ਸੋਹਣਾ ਘਰ, ਉੱਥੇ ਬਾਹਰ ਵਿਦੇਸ਼ ਵਿੱਚ ਵੀ ਸੈਟਲ ਸੀਗਾ। ਉਹਨੇ ਪੰਜਾਬ ਚੁਣਿਆ, ਮਾਪੇ ਚੁਣੇ, ਛੋਟਾ ਜਿਹਾ ਪਿੰਡ ਚੁਣਿਆ, ਜਿਹਨੂੰ ਉਹ ਆਪਣੇ ਗਾਣਿਆਂ ਦੇ ਵਿੱਚ ਵੀ ਅਕਸਰ ਕਹਿੰਦਾ ਕਿ ਮੈਂ ਟਿੱਬਿਆਂ ਦੇ ਪਿੰਡ ਤੋਂ ਉੱਠ ਕੇ ਆਇਆ। ਉਹਨੇ ਪੰਜਾਬ ਚੁਣਿਆ। ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਦੇਖੋ, ਹੋਰ ਕੋਈ ਗੱਲ ਦਾ ਦੁੱਖ ਹੋਵੇ ਨਾ ਹੋਵੇ, ਇਸ ਕਰਕੇ ਮੈਨੂੰ ਬੜਾ ਦੁੱਖ ਲੱਗਦਾ ਕਿ ਉਹ ਬੰਦੇ ਨੇ ਪੰਜਾਬ ਚੁਣਿਆ ਸੀ, ਕਿਉਂਕਿ ਇੰਟਰਨੈਸ਼ਨਲੀ ਸੈਲੈਬ੍ਰਿਟੀ ਹੋਵੇ, ਹੈ ਨਾ, ਮਾਣ ਮੱਤਾ ਉਹਨੂੰ ਪੂਰੇ ਦੁਨੀਆ ਦੇ ਵਿੱਚ ਮਿਲਦਾ ਹੋਵੇ। ਅਗਲਾ ਤਾਂ ਜਿੱਥੇ ਮਰਜ਼ੀ ਕੋਨੇ 'ਚ, ਕਿਹੜੇ ਮਰਜ਼ੀ ਕੋਨੇ 'ਚ ਰਹਿੰਦਾ, ਜਿੱਥੇ ਇੱਦਾਂ ਦੇ ਤਾਮਝਾਮ ਹੋਣੇ ਹੀ ਨਹੀਂ ਸੀਗੇ। ਪੰਜਾਬ ਲਈ ਖੜਿਆ, ਪੰਜਾਬ ਲਈ ਰਾਜਨੀਤੀ 'ਚ ਆਇਆ, ਉਹਨਾਂ ਧੱਕਾ ਹੋਇਆ, ਉਹ ਰਾਜਨੀਤੀ 'ਚ ਆ ਗਿਆ। ਇਸ ਗੱਲੋਂ ਸਾਨੂੰ ਦੁੱਖ ਲੱਗਦਾ। ਪਰ ਕਿਤੇ ਨਾ ਕਿਤੇ ਮੈਨੂੰ ਇੱਕ ਅੱਜ ਵਾਲੀ ਗੱਲ ਤੋਂ ਇਹ ਲੱਗਦਾ ਕਿ ਕਿਤੇ ਨਾ ਕਿਤੇ ਇਹ ਵੀ ਗੱਲ ਤਾਂ ਹੈ ਹੀ ਆ ਨਾ ਕਿ ਮਾਪਿਆਂ ਨੂੰ ਕੁਛ ਤੇ, ਜਾਂ ਸਿੱਧੂ ਮੂਸੇਵਾਲੇ ਨੂੰ ਆਪ ਨੂੰ ਹੀ ਐਫ ਆਈ ਆਰਸ ਤੇ ਕਰਾਉਣੀਆਂ ਚਾਹੀਦੀਆਂ ਸੀ, ਤਾਂ ਜੋ ਮੀਡੀਆ ਦੇ ਵਿੱਚ ਖਬਰਾਂ ਬਣਦੀਆਂ, ਕਿਤੇ ਨਾ ਕਿਤੇ ਪਤਾ ਲੱਗਦਾ ਕਿ ਬਈ ਥ੍ਰੈਟ ਚੱਲ ਰਿਹਾ ਉਹਨੂੰ। ਪ੍ਰਸ਼ਾਸਨ ਵੱਲੋਂ ਅਸੀਂ ਗਲਤੀ ਹਮੇਸ਼ਾ ਡਿਸਕਸ ਕਰਦੇ ਰਹੇ ਹਾਂ। ਜੇ ਫੈਮਿਲੀ ਦੇ ਵੱਲੋਂ ਇਹ ਸਟੇਟਮੈਂਟਸ ਨੇ ਤਾਂ ਉਹਨਾਂ ਵੱਲੋਂ ਵੀ ਗਲਤੀ ਹੈ, ਕਿਉਂਕਿ ਉਹਨਾਂ ਨੂੰ ਇਹ ਗੱਲ ਨੋਟਿਸ ਲਿਆਉਣੀ ਚਾਹੀਦੀ ਸੀ, ਔਰ ਇਹ ਚੀਜ਼ ਨੋਟਿਸ ਵਿੱਚ ਲਿਆਂਦੀ ਜਾਂਦੀ ਜੇ ਬਿਲਕੁਲ ਰਾਈਟ ਟਾਈਮ ਤੇ। ਟਾਈਮਿੰਗ ਦੀ ਸਾਰੀ ਗੇਮ ਹੁੰਦੀ ਆ ਵਾਕਈ। ਤੇ ਫਿਰ ਹੋ ਸਕਦਾ ਸੀ ਸਿਕਿਉਰਿਟੀ ਵੀ ਵਾਪਸ ਨਾ ਲੈਂਦੇ। ਹੋ ਕੀ ਸਕਦਾ ਸੀ, ਉਹਨਾਂ ਨੇ ਸਿਕਿਉਰਿਟੀ ਵਾਪਸ ਲੈਣੀ ਨਹੀਂ ਸੀ, ਕਿਉਂਕਿ ਇੰਨੇ ਥ੍ਰੈਟਸ ਨੇ, ਪ੍ਰਸ਼ਾਸਨ ਦੇ ਉੱਤੇ ਵੀ ਤੇ ਇਲਜ਼ਾਮ ਆਉਣਾ ਸੀ। ਤਾਂ ਇਹ ਦੋਨੋਂ ਪਾਸੇ ਗਲਤੀ ਹੈ। ਹੁਣ ਗੱਲ ਇੱਥੇ ਹੈ ਕਿ ਬੰਦਾ ਜਾ ਚੁੱਕਾ, ਹੁਣ ਉਹ ਤਾਂ ਟਾਈਮ ਵਾਪਸ ਆਉਣਾ ਨਹੀਂ। ਨੇਚਰ ਆ, ਜੋ ਇੱਕ ਵਾਰੀ ਟਾਈਮ ਲੰਘ ਗਿਆ ਉਹ ਟਾਈਮ ਲੰਘ ਗਿਆ। ਜੋ ਪਾਣੀ ਪੁੱਲ ਥੱਲੋਂ ਨਿਕਲ ਗਿਆ। ਯੂ ਕੈਨ ਨਾਟ ਜੰਪ ਇਨ ਦੀ ਸੇਮ ਵਾਟਰ ਟਵਾਈਸ, ਅਸੀਂ ਸਾਰੇ ਜਾਣਦੇ ਹਾਂ। ਹੁਣ ਤੇ ਆਪਾਂ ਡਿਸਕਸ ਕਰ ਰਹੇ ਹਾਂ ਉਸ ਚੀਜ਼ ਨੂੰ। ਹੁਣ ਗੱਲ ਇਹ ਹੈ ਕਿ ਤਹਿਕੀਕਾਤ ਚੱਲ ਰਹੀ ਹੈ। ਹੁਣ ਤਹਿਕੀਕਾਤ ਜਿੱਧਰ ਵੀ ਮੁੜਦੀ ਹੈ, ਰੋਜ਼ ਨਵੀਆਂ ਪਰਤਾਂ, ਰੋਜ਼ ਨਵੇਂ ਬੰਦੇ, ਰੋਜ਼ ਨਵੀਆਂ ਤਹਿਕੀਕਾਤ। ਅੱਜ ਉੱਧਰ ਜਾ ਰਿਹਾ, ਉਹਦਾ ਰਿਮਾਂਡ ਹੋ ਰਿਹਾ, ਉੱਥੋਂ ਇਹ ਸਟੇਟਮੈਂਟ ਆ ਰਹੀ ਹੈ, ਹਥਿਆਰ ਉੱਥੋਂ ਮਿਲੇ ਸੀ, ਨਵੀਆਂ ਗੱਲਾਂ ਆ ਰਹੀਆਂ ਨੇ। ਕੁੱਲ ਮਿਲਾ ਕੇ ਗੱਲ ਸਥਿਤੀ ਇਹ ਆ ਕਿ ਪੰਜਾਬ ਦਾ ਮਾਹੌਲ ਇਹਨਾਂ ਚੀਜ਼ਾਂ ਨੂੰ ਲੈ ਕੇ ਸੈਂਸਿਟਿਵ ਹੈ। ਔਰ ਜਿੱਦਾਂ ਉਹਨਾਂ ਦੇ ਪਿਤਾ ਜੀ ਨੇ ਵੀ ਕਿਹਾ ਕਿ ਜਿਹੜੇ ਗੈਂਗਸਟਰਸ ਨੇ ਉਹ ਇੱਕ ਪੈਰਲਲ ਗਵਰਨਮੈਂਟ ਚਲਾ ਰਹੇ ਨੇ, ਔਰ ਉਹਨਾਂ ਨੂੰ ਕਿੰਨਾ ਦੀ ਸ਼ੈ ਹੈ ਇਹ ਵੀ ਗੱਲ ਕੰਸੀਡਰ ਕਰਨ ਵਾਲੀ ਹੈ। ਔਰ ਜਿਵੇਂ ਮਾਨ ਸਾਹਿਬ ਕਹਿੰਦੇ ਨੇ ਕਿ ਉਹਨਾਂ ਨਾਲ ਨਜਿੱਠਾਂਗੇ, ਜਿਹੜੇ ਲੋਕ ਬਹੁਤ ਹੀ ਦੂਰ ਨਹੀਂ ਗਏ ਉਹਨਾਂ ਨੂੰ ਮੁੜ ਤੋਂ ਸਟ੍ਰੀਮ ਲਾਈਨ 'ਚ ਲਿਆਵਾਂਗੇ, ਮੇਨ ਲਾਈਫ 'ਚ ਲਿਆਵਾਂਗੇ। ਪਰ ਜਿਹੜੇ ਬਹੁਤ ਹੀ ਦੂਰ ਨਿਕਲ ਚੁੱਕੇ ਨੇ ਉਹ ਫਿਰ ਉਹ ਦੇਖੇਗਾ ਕਾਨੂੰਨ ਕਿ ਉਹਨਾਂ ਦੇ ਨਾਲ ਕੀ ਸਲੂਕ ਕੀਤਾ ਜਾਣਾ ਚਾਹੀਦਾ। ਤਾਂ ਸਾਰੀ ਸਥਿਤੀ ਇਹ ਹੈ ਕਿ ਆਪਾਂ ਜੋ ਖੈਰਾ ਸਾਹਿਬ ਇੱਥੋਂ ਸਿੱਖ ਸਕਦੇ ਹਾਂ
ਕਿ ਮੁੜ ਤੋਂ ਇਹੋ ਜਿਹੀ ਘਟਨਾ ਨਾ ਵਾਪਰੇ। ਔਰ ਜੋ ਇਹਨਾਂ ਦੇ ਮਾਂ-ਬਾਪ ਦੀ ਸਥਿਤੀ ਹੈ ਜੀ ਉਹ ਤਾਂ ਆਪਾਂ ਕਈ ਵਾਰ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਮੈਂ ਤਾਂ ਇੱਕ ਵਾਰ ਇਹ ਵੀ ਕਿਹਾ ਸੀਗਾ ਕਿ ਜਿਸ ਤਰ੍ਹਾਂ ਦੇ ਹਾਲਾਤ ਨੇ ਹੋ ਸਕਦਾ ਮਾਂ-ਬਾਪ ਬਿਲਕੁਲ ਟਰਾਂਸਫਾਰਮ ਹੀ ਹੋ ਜਾਣ, ਬਿਲਕੁਲ ਹੀ ਬੰਦਾ ਬਦਲ ਜਾਵੇ, ਕਿਉਂਕਿ ਇਹ ਬਹੁਤ ਵੱਡਾ ਟਰਨਿੰਗ ਪੁਆਇੰਟ ਹੈ ਲਾਈਫ ਦਾ। ਔਰ ਉਹ ਖੁਦ ਹੀ ਕਹਿ ਰਹੇ ਨੇ ਅਸੀਂ ਜਿਉਣਾ ਕਿਵੇਂ ਸਾਨੂੰ ਪਤਾ ਨਹੀਂ ਲੱਗਦਾ ਪਿਆ। ਵਾਕਈ ਸਹੀ ਹੈ। ਇੱਕ ਇਕੱਲਾ ਪੁੱਤ ਹੋਵੇ, ਉਹ ਚਲਾ ਜਾਵੇ, ਜਵਾਨ ਪੁੱਤ ਨਜ਼ਰਾਂ ਦੇ ਸਾਹਮਣੇ, ਜਿਹਦਾ ਵਿਆਹ ਧਰਿਆ ਹੋਇਆ, ਮਹੀਨੇ ਬਾਅਦ ਉਹਦਾ ਜਨਮ ਦਿਨ ਹੈ ਤੇ ਨਾਲ ਹੀ ਉਹਦਾ ਵਿਆਹ ਹੈ, ਤੇ ਉਹ ਤੁਹਾਡੀ ਅੱਖਾਂ ਸਾਹਮਣੇ ਤੁਰ ਗਿਆ। ਔਰ ਮੈਨੂੰ ਤਾਂ ਹਜੇ ਵੀ ਉਹ ਵਿਜ਼ੂਅਲ ਦਿਖਦੇ ਪਏ ਨੇ ਕਿ ਉਹਨਾਂ ਦੇ ਮਾਤਾ ਜੀ ਉਹ ਡੈਡ ਬੋਡੀ ਦੇ ਜੂੜਾ ਕਰਦੇ ਪਏ ਨੇ, ਕੰਗੀ ਵਾਹੁੰਦੇ ਪਏ ਨੇ, ਔਰ ਬਹੁਤ ਔਖਾ ਸੀ, ਸਿਹਰਾ ਬੰਨ੍ਹਦੇ ਪਏ ਨੇ। ਮੈਂ ਤਾਂ ਹਜੇ ਵੀ ਉਹ ਵਿਜ਼ੂਅਲਸ ਭੁੱਲੇ ਨੇ ਔਰ ਨਾ ਭੁੱਲਣੇ ਨੇ, ਸ਼ਾਇਦ ਆਪਾਂ ਕਿਸੇ ਨੂੰ ਵੀ ਨਹੀਂ ਭੁੱਲਣੀ ਉਹ ਚੀਜ਼। ਪਰ ਇਹ ਗੱਲ ਹੈ ਕਿ ਹੋਰ ਨਿਊਜ਼ ਆਉਣੀਆਂ ਸ਼ੁਰੂ ਹੋ ਜਾਣ ਤੇ ਇਹਨਾਂ ਨਿਊਜ਼ ਦੇ ਉੱਤੇ ਸਿੱਧੂ ਮੂਸੇਵਾਲਾ ਇਹ ਜਿਹੜਾ ਅਸੀਂ ਡਿਸਕਸ ਕਰਦੇ ਹਾਂ ਇੱਥੇ ਧੂੜ ਜੰਮਣੀ ਸ਼ੁਰੂ ਹੋ ਜਾਵੇ, ਲੋਕੀ ਭੁੱਲ ਭੁਲਾ ਜਾਣ। ਫਿਰ ਨਵੀਆਂ ਦੇਖੋ ਅੱਜ ਹੀ ਕਹਿੰਦੇ ਜੀ 2 ਨਵੇਂ ਸ਼ੂਟਰ ਫੜ ਹੋਏ, ਆਏ ਦਿਨ ਨਵੇਂ ਸ਼ੂਟਰ ਫੜੇ ਜਾਂਦੇ ਆ, ਪਰ ਕਿਤੇ ਨਾ ਕਿਤੇ ਤਣ ਪੱਤਲ ਨਹੀਂ ਲੱਗਦਾ ਪਿਆ ਹੱਲੇ ਵੀ ਮਸਲਾ, ਕਿਉਂਕਿ ਸਾਰਾ ਇੱਧਰ ਲੱਗਦਾ ਕਿ ਸਾਰਾ ਕੁਝ ਕਲੀਅਰ ਆ, ਸਾਰਾ ਚਿੱਠਾ ਕਲੀਅਰ ਆ। ਤੁਸੀਂ ਸ਼ੂਟਰਾਂ ਤੋਂ ਕੀ ਦੇਣਾ ਚਾਹੁੰਦੇ ਹੋ? ਕੀ ਕਿੰਨਾ ਕੁ ਦਿਨ ਫੜਦੇ ਰਹੋਗੇ? ਕੀ ਮਸਲਾ ਕੀ ਆ? ਇਹ ਜਦ ਤੱਕ ਐਨ ਸਿਰੇ ਨਹੀਂ ਲੱਗਦਾ ਉਦ ਤੱਕ ਨਾ ਇਹੀ ਕੁਝ ਚੱਲਦਾ ਰਹਿਣਾ, ਛੱਛੋ ਪੰਜ ਹੀ ਰਹਿਣਾ। ਕੌਣ ਫੜਿਆ ਜਾਵੇ, ਕਿਹਨੂੰ ਸਜ਼ਾ ਹੋਵੇ, ਕੌਣ ਕਿਹਦੇ ਖਿਲਾਫ ਕਿਹੜੀ ਗਵਾਹੀ ਦੇਵੇ, ਕਿਹੜੇ ਸਬੂਤ ਪੇਸ਼ ਹੋਣ, ਕਿਉਂਕਿ ਕੋਰਟ ਆਫ ਲਾਅ ਤੇ ਸਬੂਤਾਂ ਦੇ ਉੱਤੇ ਚੱਲਦੀ ਹੈ ਤੇ ਗਵਾਹਾਂ ਦੇ ਉੱਤੇ ਚੱਲਦੀ ਹੈ। ਹੁਣ ਸਬੂਤ ਗਵਾਹ ਕਿੱਥੋਂ ਕਿਹੜੇ ਬੰਦੇ ਨੂੰ ਫੜਨਾ, ਸਜ਼ਾ ਕਿਹਨੂੰ ਕਰਵਾਉਣੀ ਹੈ, ਅੰਦਰ ਕਿਹਨੂੰ ਦੇਣਾ, ਕਿਹਨੂੰ ਕਿਹੜੀ ਸਜ਼ਾ ਮਿਲੇ, ਉਹੀ ਗੱਲ ਕਹਿ ਰਿਹਾ ਮੈਂ। ਖਿਲਰਿਆ ਪਿਆ, ਵਾਕਈ ਖਿਲਰਿਆ ਪਿਆ ਸਭ ਕੁਝ, ਇਦਾਂ ਲੱਗਦਾ ਕਿ ਪਤਾ ਨਹੀਂ ਲੱਗਦਾ ਕੀ ਹੋਣਾ, ਉਲਝਿਆ ਪਿਆ। ਔਰ ਕਿਹਦੇ ਕਨੈਕਸ਼ਨ ਕਿੱਥੇ ਤੱਕ ਨੇ, ਕਿਸੇ ਦੇ ਵਿੱਚੋਂ ਪੋਲੀਟੀਕਲ ਕਨੈਕਸ਼ਨ ਨਿਕਲ ਆਉਂਦੇ ਨੇ, ਕਿਤੇ ਫੋਟੋਗ੍ਰਾਫਸ ਵਾਇਰਲ ਹੋ ਜਾਂਦੀਆਂ ਜੀ ਫਲਾਣੀ ਟਾਈਮ ਦੇ ਉੱਤੇ ਉਹ ਬੰਦਾ ਦੇਖੋ ਜੀ ਇਸ ਲੀਡਰ ਦੇ ਨਾਲ ਖੜਾ। ਮਤਲਬ ਇਹ ਆ ਕਿ ਸਾਡੇ ਰੌਂਗਟੇ ਖੜੇ ਹੋ ਜਾਂਦੇ ਨੇ ਕਿ ਇਸ ਹੱਦ ਤੱਕ ਇਹ ਸਾਰਾ ਸਿਸਟਮ ਉਲਝਿਆ ਪਿਆ ਤੇ ਆਮ ਬੰਦਾ ਕਿੱਥੇ ਖੜਾ? ਆਮ ਬੰਦਾ ਕੀ ਕਰੂਗਾ? ਆਮ ਬੰਦਾ ਸਹੀ ਗੱਲ ਹੈ, ਆਮ ਬੰਦਾ ਕਿੱਥੇ ਜਾ ਕੇ ਖੜੇ? ਕਿੱਥੇ ਖੜੇਗਾ? ਉਹ ਡਰਦਾ ਕਿਤੇ ਵੀ ਨਹੀਂ, ਕਿਉਂਕਿ ਉਹਨੇ ਆਪਣੇ ਬੱਚੇ ਪਾਲਣੇ, ਉਹਨੇ ਆਪਣੇ ਪਰਿਵਾਰ ਨੂੰ ਪਾਲਣਾ, ਉਹਦੀ ਸਿਕਿਉਰਿਟੀ ਦੇਖਣੀ, ਉਹਨਾਂ ਦਾ ਫਿਊਚਰ ਕੈਰੀਅਰ ਉਲਝਿਆ ਪਿਆ, ਸਭ ਕੁਝ ਉਲਝਿਆ। ਕੀ ਕਰੇਗਾ? ਮਹਿੰਗਾਈ ਦੀ ਮਾਰ ਅੱਗੇ ਬਹੁਤ ਜ਼ਿਆਦਾ। ਸੋ ਇਹ ਤਾਂ ਹੈ ਟੋਟਲ ਪੰਜਾਬ ਦਾ ਜੋ ਹਾਲਾਤ ਬਣੇ ਹੋਏ ਨੇ। ਬਾਕੀ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ? ਬਾਕੀ ਮੈਂ ਇਹ ਗੱਲ ਕਹਿ ਰਿਹਾ ਸੀ ਕਿ ਜੇ ਬੈਂਸ ਭਰਾਵਾਂ ਦੀ ਗੱਲ ਕੀਤੀ ਜਾਵੇ ਤੇ ਕਰਮਜੀਤ ਬੈਂਸ ਹੁਣਾਂ ਦਾ ਵੀ 2 ਦਿਨਾਂ ਦਾ ਰਿਮਾਂਡ ਲੈ ਲਿਆ ਗਿਆ। ਦੇਖੋ ਉਹਨਾਂ ਤੇ ਵੀ ਕਿੱਡਾ ਮਤਲਬ ਸ਼ਾਤਿਰਾਨਾ ਉਹਨਾਂ ਦੇ ਉੱਤੇ ਇਲਜ਼ਾਮ ਲੱਗਾ ਹੋਇਆ ਹੈ। ਇਹ ਦੇਖੋ ਇਲਜ਼ਾਮ ਤੇ ਹੁਣ ਪਤਾ ਨਹੀਂ ਇਲਜ਼ਾਮ ਆ ਕੇ ਕੀ ਹੈ, ਪਰ ਇਹ ਕੇਸ ਬਹੁਤ ਚਿਰ ਦਾ ਲਟਕਦਾ ਹੈ, ਬਹੁਤ ਜ਼ਿਆਦਾ। ਔਰ ਜਦੋਂ ਕਹਿੰਦੇ ਜੀ ਇਹ ਵਿਧਾਇਕ ਸੀਗੇ ਤੇ ਧਮਕੀਆਂ ਵੀ ਦਿੱਤੀਆਂ ਜਿਨ੍ਹਾਂ ਨੇ ਕੇਸ ਕੀਤਾ ਸੀਗਾ, ਉਹਨਾਂ ਦੇ ਨਾਲ ਬੜਾ ਤਸ਼ੱਦਦ ਵੀ ਹੋਇਆ। ਹੁਣ ਵੇਖਣਾ ਹੋਏਗਾ ਵੀ ਕੀ ਨਿਕਲ ਕੇ ਆਉਂਦਾ, ਇਹ ਕੇਸ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ। ਬਹੁਤ ਸਾਰਾ ਲਮਕਾ ਆ। ਆਪਾਂ ਨਹੀਂ ਕਹਿੰਦੇ ਕਿ ਦੇਖੋ ਦੋਨੇ ਤਰਫਾਂ ਹੋ ਸਕਦੀਆਂ, ਆਪਾਂ ਇਹ ਵੀ ਕਹਿੰਦੇ ਆ ਕਿ ਇਹ ਵੀ ਹੋ ਸਕਦਾ ਕਿ ਉਹ ਐਮਐਲਏ ਆ ਇਸ ਕਰਕੇ ਵੀ ਉਹਨਾਂ ਦੇ ਉੱਤੇ ਕੇਸ ਕੀਤਾ ਜਾ ਸਕਦਾ, ਪਰ ਇਹ ਵੀ ਗੱਲ ਹੈ ਕਿ ਉਹ ਐਮਐਲਏ ਸੀ ਇਸ ਕਰਕੇ ਉਹਨੇ ਸ਼ਾਇਦ ਇਹਦਾ ਫਾਇਦਾ ਵੀ ਲਿਆ ਆ, ਪਾਵਰ ਦਾ ਮਿਸਯੂਜ਼ ਹੋਇਆ। ਕਿਉਂਕਿ ਭਾਰਤ ਵਰਗਾ ਮੁਲਕ ਤੇ ਇਦਾਂ ਦਾ ਤੰਤਰ ਜਿੱਥੇ ਕੁਝ ਵੀ ਹੋ ਸਕਦਾ, ਕਦੇ ਵੀ ਹੋ ਸਕਦਾ ਨਾ, ਤੁਸੀਂ ਕਿਸੇ ਤੇ ਵੀ ਯਕੀਨ ਨਹੀਂ ਕਰ ਸਕਦੇ। ਅਸੀਂ ਕੋਟਕਪੂਰਾ ਗੋਲੀ ਕਾਂਡ ਦੀ ਗੱਲ ਕਰਦੇ ਹਾਂ, ਐਵੇਂ ਹੀ ਉਹਨਾਂ ਨੂੰ ਕਹਿੰਦੇ ਜੀ ਤੁਹਾਨੂੰ ਨੌਕਰੀਆਂ ਦੇ ਦਾਂਗੇ, ਤੁਸੀਂ ਇਲਜ਼ਾਮ ਸਿਰ ਤੇ ਲੈ ਲਓ, ਫਿਰ ਇਦਾਂ ਦੇ ਕੇਸ ਵੀ ਆਉਂਦੇ ਆ। ਫਿਰ ਇਸ ਕਰਕੇ ਤੁਹਾਡਾ ਜਿਹੜਾ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਵਿਸ਼ਵਾਸ ਕਿਤੇ ਕਰਨਾ ਤੇ ਕਿਵੇਂ ਚੱਲਣਾ, ਇਹ ਆਪਣੇ ਆਪ ਦੇ ਵਿੱਚ ਵੀ ਬੜੀ ਵੱਡੀ ਗੱਲ ਹੈ। ਬਿਲਕੁਲ ਬਹੁਤ ਵੱਡੀ ਗੱਲ ਹੈ। ਗੱਲ ਉੱਥੇ ਆ ਕੇ ਮੁੱਕਦੀ ਆ ਜਦੋਂ ਆਪਾਂ ਇੱਕ ਦਿਨ ਪਹਿਲਾਂ ਡਿਸਕਸ ਕਰ ਰਹੇ ਸੀ ਨਾ ਕਿ ਇੰਨੇ ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਅਸੀਂ ਨੈਸ਼ਨਲ ਕਰੈਕਟਰ ਨਹੀਂ ਖੜਾ ਕਰ ਸਕੇ। ਵਾਕਈ। ਔਰ ਇਹ ਸਾਰਾ ਤੁਹਾਨੂੰ ਵੀ ਲੱਗਦਾ, ਮੈਨੂੰ ਵੀ ਲੱਗਦਾ, ਸਾਨੂੰ ਸਾਰਿਆਂ ਨੂੰ ਲੱਗਦਾ ਕਿਤੇ ਨਾ ਕਿਤੇ ਇਹ ਉਸੇ ਚੀਜ਼ ਦਾ ਆਊਟਕਮ ਹੈ ਕਿ ਜਦੋਂ ਬੰਦਾ ਪਾਵਰਫੁਲ ਕਰੈਕਟਰ ਦਾ ਨਹੀਂ ਹੈ ਤੇ ਉਹਨੂੰ ਪਾਵਰਫੁਲ ਜਗ੍ਹਾ ਤੇ ਬਿਠਾ ਦਿੱਤਾ ਜਾਵੇ, ਉਹਨੂੰ ਪਾਵਰ ਦੇ ਦਿੱਤੀ ਜਾਵੇ, ਉਹ 101% ਉਹਦਾ ਮਿਸਯੂਜ਼ ਕਰੇਗਾ। ਠੀਕ ਆ। ਹਾਂ, ਜਿਹੜੇ ਲੋਕ ਸਮਝ ਜਾਂਦੇ ਨੇ, ਜਿਵੇਂ ਤੁਸੀਂ ਕਿਹਾ ਕਿ ਦੋਵੇਂ ਪੱਖ ਆਪਾਂ ਨੂੰ ਵੇਖ ਕੇ ਚੱਲਣੇ ਚਾਹੀਦੇ ਨੇ, ਜਿਹੜੇ ਲੋਕ ਸਮਝ ਜਾਂਦੇ ਨੇ ਉਹ ਨਹੀਂ ਵੀ ਕਰਦੇ। ਠੀਕ ਹੈ। ਹੁਣ ਇੱਥੇ ਆ ਕੇ ਕੌਣ ਗਲਤ ਹੈ ਕੌਣ ਸਹੀ ਹੈ, ਫਿਰ ਉਹੀ ਤਹਿਕੀਕਾਤ ਦਾ ਮਾਮਲਾ। ਬਹੁਤ ਦੇਰ ਤੋਂ ਲਟਕਿਆ ਹੋਇਆ ਕੇਸ, ਕਿੰਨਾ ਲਟਕਣਾ, ਕਦੋਂ ਤੱਕ ਇਹ ਇਨਵੈਸਟੀਗੇਸ਼ਨ ਪੂਰੀ ਹੋਣੀ ਹੈ। ਜਦੋਂ ਤੱਕ ਇਨਵੈਸਟੀਗੇਸ਼ਨ ਪੂਰੀ ਹੁੰਦੀ ਹੈ ਟ੍ਰਾਂਸਫਰਸ ਹੋ ਜਾਂਦੀਆਂ, ਕਦੀ ਕਿਤੋਂ ਕੋਈ ਨਵੀਂ ਗੱਲ ਨਿਕਲ ਆਉਂਦੀ, ਕੋਈ ਨਵੀਂ ਲੀਡ ਨਿਕਲ ਆਉਂਦੀ ਹੈ, ਕਿਤੋਂ ਕੋਈ ਨਵਾਂ ਕਨੈਕਸ਼ਨ ਨਿਕਲ ਆਉਂਦਾ, ਉਲਝਿਆ ਪਿਆ। ਆਪਾਂ ਇਹ ਦੇਖਦੇ ਹਾਂ ਕਿ ਜਦੋਂ ਦੀ ਆਜ਼ਾਦੀ ਮਿਲੀ ਉਸ ਤੋਂ ਬਾਅਦ ਜਿੰਨੇ ਕੇਸਿਸ ਹੋਏ, ਕਰੋੜਾਂ ਕੇਸ ਪੈਂਡਿੰਗ ਪਏ ਹੋਏ ਨੇ, ਕਿੰਨੇ ਕੇਸ ਸਿਰੇ ਲੱਗੇ, ਡੇਟਸ ਸੇ ਡੇਟਸ, ਕਿਉਂਕਿ ਜੱਜ ਕੁੱਲ ਮਿਲਾ ਕੇ ਘੱਟ ਨੇ ਔਰ ਬਹੁਤ ਜ਼ਿਆਦਾ ਕੇਸਿਸ। ਅੱਛਾ, ਬੇਰੋਜ਼ਗਾਰੀ ਇੰਨੀ ਆ, ਡਾਕਟਰ ਫੇਰ ਵੀ ਘੱਟ ਆ ਤੇ ਜੱਜ ਫੇਰ ਵੀ ਘੱਟ ਆ। ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਕੀ ਸਿਸਟਮ ਕੀ ਚੱਲਣ ਡਿਆ। ਸਿਸਟਮ ਇਹ ਚੱਲਣ ਡਿਆ ਕਿ ਜੇ ਪੇਮੈਂਟਸ ਨੂੰ ਕੰਟਰੋਲ ਕੀਤਾ ਜਾਵੇ, ਖਰਚਿਆਂ ਨੂੰ ਕੰਟਰੋਲ ਕੀਤਾ ਜਾਵੇ, ਜਿੰਨੀਆਂ ਵੱਡੀਆਂ ਵੱਡੀਆਂ ਤਨਖਾਹਾਂ ਨੇ ਉਹਨਾਂ ਨੂੰ ਘਟਾ ਦਿੱਤਾ ਜਾਵੇ ਤਾਂ ਫਿਰ ਪੈਸਾ ਬਚੂਗਾ ਖਜ਼ਾਨੇ ਦੇ ਵਿੱਚ।
ਤੇ ਫਿਰ ਤੁਸੀਂ ਵੱਧ ਲੋਕਾਂ ਨੂੰ ਇੰਪਲੋਇਮੈਂਟ ਦੇ ਸਕਦੇ ਹੋ। ਕੰਮ ਦੀ ਕਮੀ ਨਹੀਂ ਹੈ, ਪੈਸੇ ਦੀ ਕਮੀ ਹੈ। ਉਹਨਾਂ ਨੂੰ ਪੇਮੈਂਟਸ ਕਿੱਥੋਂ ਕਰਨੀਆਂ ਨੇ ਜਿਨ੍ਹਾਂ ਕੋਲੋਂ ਕੰਮ ਲੈਣਾ। ਤਾਂ ਹੀ ਤਾਂ ਠੇਕੇ ਦੇ ਉੱਤੇ ਹੁਣ ਆਰਮੀ ਦੇ ਵਿੱਚ ਵੀ ਭਰਤੀ ਹੋਣ ਲੱਗੀ ਕਿਉਂਕਿ ਪੈਸਾ ਨਹੀਂ ਹੈ। ਵਾਕਈ ਬੜਾ ਅਜੀਬ ਜਿਹਾ ਤਰੀਕਾ ਹੈ। ਠੇਕੇ ਉੱਤੇ ਜੱਜ ਰੱਖੇ ਜਾਣਗੇ, ਮੈਨੂੰ ਤਾਂ ਬੜਾ ਅਜੀਬ ਲੱਗੂਗਾ। ਔਰ ਮੇਨ ਢਾਂਚਾ ਦੇਖੋ ਅਜੀਬ ਤੁਹਾਨੂੰ ਲੱਗੇਗਾ, ਪਰ ਜਿਹੜੇ ਸਰਕਾਰਾਂ ਕਰਦੀਆਂ ਉਹਨਾਂ ਨੂੰ ਓਵਰਨਾਈਟ ਕੁਝ ਨਹੀਂ ਅਜੀਬ ਲੱਗਦਾ। ਔਰ ਠੇਕੇ ਦੇ ਉੱਤੇ ਪੁਲਿਸ ਹੋਏਗੀ, ਹਰ ਚੀਜ਼ ਠੇਕੇ ਦੇ ਉੱਤੇ। ਕਮਾਲ ਹੋ ਗਈ। ਕੱਲ ਨੂੰ ਕਹੋਗੇ ਗਵਰਨਮੈਂਟ ਵੀ ਠੇਕੇ ਦੇ ਉੱਤੇ, ਇਹ ਤਾਂ ਨਹੀਂ ਨਾ ਹੋ ਸਕਦਾ। ਨਹੀਂ, ਗਵਰਨਮੈਂਟ ਠੇਕੇ ਤੇ ਨਹੀਂ ਹੋ ਸਕਦੀ, ਬਾਕੀ ਸਾਰੀਆਂ ਇਹਨਾਂ ਦੀ ਪੈਨਸ਼ਨ ਵੀ ਨਹੀਂ ਬੰਦ ਹੋ ਸਕਦੀ, ਬਾਕੀਆਂ ਦੀ ਪੈਨਸ਼ਨ ਵੀ ਬੰਦ ਹੋ ਜਾਂਦੀ। ਹਾਂ, ਕਿਉਂਕਿ ਇਹ ਇਹਨਾਂ ਦਾ ਆਪਣਾ ਬੈਨੀਫਿਟ ਹੈ ਨਾ, ਇਹ ਵੀ ਦੇਖਣਾ। ਸੋ ਪੈਸੇ ਦੀ ਕਮੀ ਕਰਕੇ, ਕੰਮ ਦੀ ਕਮੀ ਨਹੀਂ ਹੈ, ਇੰਪਲੋਇਮੈਂਟ ਜਨਰੇਟ ਹੋ ਸਕਦੀ ਹੈ, ਪਰ ਪੈਸਾ ਘੱਟ ਆ ਤਾਂ ਕਿੱਥੋਂ ਦੇਣਾ। ਹੁਣ ਜੇ ਜਿਨ੍ਹਾਂ ਨੂੰ ਲੱਖਾਂ ਕਰੋੜਾਂ ਰੁਪਏ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ, ਜੇ ਉਹਨਾਂ ਦੀਆਂ ਤਨਖਾਹਾਂ ਘਟਾ ਦਿੱਤੀਆਂ ਜਾਣ, ਮੈਂ ਵੈਸੇ ਗੱਲ ਕਰ ਰਿਹਾ, ਆਪਾਂ ਸਟੂਡੀਓ 'ਚ ਬਹਿ ਕੇ ਆਪਾਂ ਹੱਲ ਖੋਜਦੇ ਪਏ ਹਾਂ, ਬੇਰੁਜ਼ਗਾਰੀ ਦੂਰ ਕਿਵੇਂ ਕਰਨੀ ਆ। ਉਹਨਾਂ ਤੋਂ 20% 30% ਘਟਾ ਦਿਓ, ਘਟਾ ਦਿਓ। ਲੱਖ ਰੁਪਏ ਤਨਖਾਹ ਹੈ ਤਾਂ 75,000 ਕਰ ਦਿਓ, 25,000 ਬਚ ਗਿਆ। ਉਹ 25,000 ਤੇ ਇੱਕ ਬੰਦਾ ਰੱਖਿਆ ਜਾ ਸਕਦਾ ਨੌਕਰੀ ਤੇ। ਆਓ ਜਿਹੜੇ ਵਿਚਾਰੇ ਕੋਲੇ ਕੁਝ ਨਹੀਂ, ਉਹ ਕਹਿੰਦਾ ਚਲੋ 25,000 ਹੀ ਸਹੀ। ਸੋ ਇਦਾਂ ਕਰਕੇ ਤੁਸੀਂ ਕਰ ਸਕਦੇ ਹੋ। ਹਾਂ, ਜਿਹੜੇ ਕੋਈ ਵਿਲਿੰਗ ਹੋਣ ਕਿ ਅਸੀਂ ਆਪ ਹੀ ਸਰੈਂਡਰ ਕਰ ਦਿੰਦੇ ਆ, ਜਿਵੇਂ ਵਰੁਣ ਗਾਂਧੀ ਨੇ ਕਿਹਾ ਸੀਗਾ ਕਿ ਸਾਨੂੰ ਐਮਐਲਏਸ ਨੂੰ ਚਾਹੀਦਾ ਆਪਣੀਆਂ ਪੈਨਸ਼ਨਸ ਆਪ ਹੀ ਸਰੈਂਡਰ ਕਰ ਦਿਓ ਤਾਂ ਕਿ ਅਗਨੀਵੀਰਾਂ ਨੂੰ ਪੈਨਸ਼ਨ ਮਿਲ ਸਕੇ। ਸੋ ਸੋਹਣੀ ਸੋਚ ਆ, ਇਦਾਂ ਦੀ ਸੋਹਣੀ ਸੋਚ ਵਾਲੇ ਲੋਕ ਅੱਗੇ ਆਉਣ। ਨਹੀਂ, ਇਦਾਂ ਦੀ ਸੋਹਣੀ ਸੋਚ ਵਾਲੇ ਪਿਛਲੀ ਕਤਾਰ 'ਚ ਬੈਠੇ ਹੁੰਦੇ ਆ, ਅਗਲੇ ਵਾਰੀ ਐਮਐਲਏ ਵੀ ਨਹੀਂ ਬਣਦੇ। ਬਿਲਕੁਲ, ਉਹਨਾਂ ਕੋਲ ਖੁਦ ਜਾਣਾ ਪੈਂਦਾ, ਉਹਨਾਂ ਨੂੰ ਕੋਈ ਅੱਗੇ ਨਹੀਂ ਆਉਣ ਦਿੰਦਾ। ਸੋ ਆਹੀ ਚੀਜ਼ਾਂ ਨੇ, ਪੈਸੇ ਦੀ ਕਮੀ ਹਰ ਥਾਂ ਦੇ ਉੱਤੇ, ਪੈਸੇ ਦੀ ਕਮੀ, ਕਿਉਂਕਿ ਜਿਹੜੀ ਗੇਮ ਚੱਲਣੀ ਹੈ ਪੈਸੇ ਦੇ ਸਿਰ ਤੇ ਚੱਲਣੀ ਹੈ। ਪੈਸੇ ਤੋਂ ਇਲਾਵਾ ਤੁਸੀਂ ਮੂਵ ਨਹੀਂ ਕਰ ਸਕਦੇ, ਸੁਸਾਇਟੀ ਦੇ ਵਿੱਚ ਕੁਝ ਨਹੀਂ ਕਰ ਸਕਦੇ। ਕਿਉਂਕਿ ਵੱਡੇ ਵੱਡੇ ਆਈਡੀਆਜ਼, ਕਹਿੰਦਾ ਮੇਰੇ ਕੋਲ ਬਹੁਤ ਜ਼ਬਰਦਸਤ ਆਈਡੀਆ ਹੈ, ਆਈਡੀਆਜ਼ ਤਾਂ ਸਭ ਕੋਲ ਹੁੰਦੇ ਨੇ, ਉਹ ਆਈਡੀਆ ਦੇ ਉੱਤੇ ਕੰਮ ਕਰਨ ਵਾਸਤੇ ਪੈਸੇ ਹੈਗੇ ਨੇ, ਕਹਿੰਦੇ ਨਹੀਂ ਫਿਰ ਕੀ ਕਰਾਂਗੇ ਉਸ ਆਈਡੀਆ ਦਾ। ਲੱਖਾਂ ਕਰੋੜਾਂ ਆਈਡੀਆ ਪਏ ਹੋਏ ਨੇ। ਮੇਨ ਚੀਜ਼ ਹੈ ਮਨੀ। ਸੋ ਜਦੋਂ ਤੱਕ ਮਨੀ ਤੁਹਾਡੇ ਹੱਥ 'ਚ, ਕਹਿੰਦੇ ਨੇ ਨਾ ਜਿੰਨਾ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ। ਸੋ ਗੇਮ ਤਾਂ ਉਹ ਬਜ਼ੁਰਗਾਂ ਨੇ ਐਵੇਂ ਤਾਂ ਨਹੀਂ ਕਹੀ, ਉਹ ਬਹੁਤ ਸਿਆਣੇ ਲੋਕ ਸੀ ਸਾਡੇ ਬਜ਼ੁਰਗ ਜਿਨ੍ਹਾਂ ਨੇ ਗੱਲ ਕਹੀ ਆ। ਔਰ ਦੂਜਾ, ਚਲੋ ਆਪਾਂ ਮਾਮਲਾ ਲੈਂਦੇ ਹਾਂ ਜੋ ਬਰਗਾੜੀ ਦੀ ਰਿਪੋਰਟ, ਬੇਅਦਬੀ ਦਾ ਮਾਮਲਾ ਹੈ, ਉਹ ਰਿਪੋਰਟ ਪੇਸ਼ ਕੀਤੀ ਆ ਔਰ ਉਸ ਰਿਪੋਰਟ ਨੂੰ ਸੌਂਪਿਆ ਜਾ ਕੇ ਭਗਵੰਤ ਮਾਨ ਸਾਹਿਬ ਨੇ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ। ਔਰ ਉਹਦੇ ਵਿੱਚ ਇੱਕ ਗੱਲ ਕਹਿੰਦੀ ਹੈ, ਇੱਕ ਧਿਰ ਜਿਹੜੀ ਬੈਠੀ ਹੈ, ਕਿ ਪਹਿਲਾਂ ਕੇਜਰੀਵਾਲ ਸਾਹਿਬ ਕਹਿੰਦੇ ਸੀਗੇ ਕਿ ਬਾਦਲ ਪਰਿਵਾਰ ਵੀ ਇਨਵੋਲਵ ਹੈ, ਉਹਨਾਂ ਦਾ ਨਾਮ ਹੀ ਲੈਂਦੇ ਸੀ, ਪਰ ਰਿਪੋਰਟ ਦੇ ਵਿੱਚ ਤੇ ਸਿਰਫ ਸਿਰਸਾ ਦੇ ਉੱਤੇ ਹੀ ਸਾਰੀ ਗੱਲ ਕੀਤੀ ਜਾ ਰਹੀ ਹੈ। ਸਿਰਸਾ ਦੇ ਜਿਹੜੇ ਪੈਰੋਕਾਰ ਨੇ ਉਹਨਾਂ ਉੱਤੇ ਗੱਲ ਕੀਤੀ ਜਾ ਰਹੀ ਹੈ, ਬਾਦਲ ਪਰਿਵਾਰ ਦਾ ਕੋਈ ਜ਼ਿਕਰ ਨਹੀਂ ਹੈ। ਔਰ ਸਿਰਸਾ ਕੌਣ? ਇਹ ਸਿਰਸਾ ਰਾਮ ਰਹੀਮ ਜੀ, ਅੱਛਾ, ਰਾਮ ਰਹੀਮ ਸਿੰਘ ਸਿਰਸਾ ਡੇਰਾ ਹੈ ਸਿਰਸਾ ਦਾ, ਠੀਕ ਹੈ। ਔਰ ਉਹਨਾਂ ਦੇ ਉੱਤੇ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ, ਨਾਲ ਜੋ ਪੈਰੋਕਾਰ ਨੇ ਉਹਨਾਂ ਦੇ ਉੱਤੇ ਜਿਹੜੀ ਗੱਲ ਕਹੀ ਜਾ ਰਹੀ ਹੈ। ਸੋ ਇਹ ਸਾਰੀਆਂ ਗੱਲਾਂ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਇੱਥੇ ਆ ਕੇ ਜਵਾਬ ਨਹੀਂ ਹੈ ਕੋਈ ਕਿ ਪਹਿਲਾਂ ਤੁਸੀਂ ਇਹ ਕਿਉਂ ਸਟੇਟਮੈਂਟਸ ਦਿੰਦੇ ਸੀਗੇ ਕਿ ਬਾਦਲ ਪਰਿਵਾਰ ਇਨਵੋਲਵ ਹੈ, ਉਹਨਾਂ ਦਾ ਤੇ ਕਿਤੇ ਵੀ ਜ਼ਿਕਰ ਨਹੀਂ ਆਇਆ ਜੋ ਰਿਪੋਰਟ ਪੇਸ਼ ਹੋਈ ਹੈ। ਹਾਲਾਂਕਿ ਪਹਿਲਾਂ ਸੈਂਟਰ ਦੀਆਂ ਏਜੰਸੀਜ਼ ਨੇ ਵੀ, ਮੇਰੇ ਕੋਲ ਜਵਾਬ ਹੈਗਾ। ਕੇਜਰੀਵਾਲ ਸਾਹਿਬ ਨਾ ਤੇ ਇਨਵੈਸਟੀਗੇਸ਼ਨ ਦਾ ਹਿੱਸਾ ਸੀ, ਨਾ ਤੇ ਪੰਜਾਬ ਦਾ ਹਿੱਸਾ ਸੀ ਜੀ, ਤੇ ਨਾ ਹੀ ਪੰਜਾਬ ਦਾ ਹਿੱਸਾ ਹੈ ਹੱਲੇ ਵੀ, ਮੈਂ ਕਿਵੇਂ ਕਹੂੰਗਾ, ਨਾ ਹੀ ਉਹ ਕੁੰਵਰ ਵਿਜੇ ਪ੍ਰਤਾਪ ਦੇ ਨਾਲ ਉੱਥੇ ਕਰਦੇ ਰਹੇ ਆ, ਇਨਵੈਸਟੀਗੇਸ਼ਨ ਕਰਦੇ ਰਹੇ। ਫਿਰ ਉਹ ਕਿੱਦਾਂ ਕਹਿ ਦੇਣਗੇ? ਕਹਿੰਦੇ ਨੇ ਵੀ ਗੱਲਾਂ ਦਾ ਕੜਾਹ ਬਣਾਉਣਾ ਤੇ ਮਿੱਠਾ ਥੋੜਾ ਕਿਉਂ ਪਾਉਣਾ, ਕਿਸੇ ਤੇ ਇਲਜ਼ਾਮ ਲਾਉਣਾ, ਲਾਈ ਜਾਓ। ਜਦੋਂ ਤੁਸੀਂ ਪੋਲੀਟੀਕਲ ਕੈਂਪੇਨ ਕਰਦੇ ਆ, ਇਲਜ਼ਾਮ ਹੀ ਹੈ। ਹੁਣ ਤੁਸੀਂ ਕਹਿੰਦੇ ਹੋ ਕਿ ਉਹ ਬਿਲਕੁਲ ਬਾਹਰ ਆ, ਹੋ ਵੀ ਸਕਦਾ ਕਿ ਉਹ ਬਿਲਕੁਲ ਬਾਹਰ ਹੋਣ, ਪਰ ਹੋ ਵੀ ਸਕਦਾ ਕਿ ਇਹ ਰਿਪੋਰਟ ਸੱਚੀ ਆ ਕਿ ਝੂਠੀ ਹੈ, ਇਹਦੇ ਤੇ ਵੀ ਪਤਾ ਕਰਨਾ ਪੈਂਦਾ। ਕਿਉਂਕਿ ਹੁਣ ਮੈਂ ਤੁਹਾਨੂੰ ਪਹਿਲੇ ਵਾਲੀ, ਆਪਾਂ ਫਿਰ ਬਾਰ-ਬਾਰ ਉਹੀ ਗੱਲ ਦੀ ਕਰਦੇ ਹਾਂ ਵੀ ਜਿੱਥੇ ਤੰਤਰ, ਦੇਖੋ ਬੇਅਦਬੀ 'ਚ ਭਲਾ ਹੀ ਨਾ ਹੋਣ। ਜਿਹੜਾ ਕੋਟਕਪੂਰਾ ਗੋਲੀकांड ਹੋਇਆ ਉਸ ਵੇਲੇ ਸਰਕਾਰ ਇਹਨਾਂ ਦੀ ਸੀ, ਉਸ ਕੋਟਕਪੂਰਾ ਗੋਲੀकांड ਦੇ ਲਈ ਜ਼ਿੰਮੇਵਾਰ ਕੋਈ ਹੈਗਾ ਤੇ ਉਹ ਇਹ ਸਰਕਾਰ ਹੈਗੀ, ਮੌਜੂਦਾ ਸਰਕਾਰ। ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਹੈਗੇ ਆ, ਉਸ ਮੌਕੇ ਦਾ ਡੀਜੀਪੀ ਸੁਮੇਧ ਸਿੰਘ ਸੈਣੀ ਹੈਗਾ ਆ। ਔਰ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਚੀਜ਼ਾਂ ਇਹਨਾਂ ਦੇ ਜ਼ਿੰਮੇਵਾਰਾਨਾ ਹੋਣੀਆਂ ਚਾਹੀਦੀਆਂ। ਕਿਉਂਕਿ ਫਿਰ ਤੁਸੀਂ ਕਹਿੰਦੇ ਹੋ ਜੀ ਅਸੀਂ ਤਾਂ ਦਿੱਤਾ ਹੀ ਨਹੀਂ ਸੀ, ਫਿਰ ਜੇ ਤੁਸੀਂ ਦਿੱਤਾ ਨਹੀਂ ਸੀ ਫਿਰ ਤਾਂ ਡੀਜੀਪੀ ਨੇ ਦਿੱਤਾ ਹੁਕਮ, ਫਿਰ ਜੇ ਡੀਜੀਪੀ ਨੇ ਦਿੱਤਾ ਸੀ ਥੱਲੇ ਐਸਐਸਪੀ ਨੇ ਦਿੱਤਾ ਹੋਊਗਾ, ਜੇ ਐਸਐਸਪੀ ਨੇ ਦਿੱਤਾ ਸੀਗਾ ਤਾਂ ਫਿਰ ਡੀਸੀ ਨੇ ਦਿੱਤਾ ਹੋਊਗਾ। ਕੋਈ ਤਾਂ ਜ਼ਿੰਮੇਵਾਰ ਹੋਗਾ, ਕੋਈ ਵੀ ਜ਼ਿੰਮੇਵਾਰ ਨਹੀਂ ਹੈਗਾ। ਬਿਨਾਂ ਹੁਕਮ ਤੋਂ ਗੋਲੀ ਕਿਵੇਂ ਚੱਲੀ? ਦੇਖੋ, ਪਹਿਲਾਂ ਜਿਹੜੀਆਂ ਸੈਂਟਰ ਦੀਆਂ ਏਜੰਸੀਜ਼ ਆਈਆਂ ਸੀ, ਉਹਨਾਂ ਨੇ ਤਾਂ ਕਿਸੇ ਵੀ ਨਾਂ ਨੂੰ ਉਹਨਾਂ ਨੇ ਉਹਦੇ ਵਿੱਚ ਕੰਸੀਡਰ ਨਹੀਂ ਕੀਤਾ, ਕੋਈ ਵੀ ਰਾਜਨੀਤਿਕ ਨਾਮ ਨਹੀਂ ਸੀਗਾ। ਔਰ ਜਦੋਂ ਫਿਰ ਲੋਕਲ ਏਜੰਸੀਜ਼ ਆਈਆਂ, ਉਹਨਾਂ ਨੇ ਫਿਰ ਇਨਵੈਸਟੀਗੇਸ਼ਨ ਦੇ ਵਿੱਚ ਇਹਦਾ ਖੰਡਨ ਕੀਤਾ ਜੋ ਸਟੇਟ ਦੀਆਂ ਏਜੰਸੀਜ਼ ਦੀ ਰਿਪੋਰਟ ਸੀ। ਉਹਨਾਂ ਨੇ ਤਾਂ ਕਲੋਜ਼ਰ ਰਿਪੋਰਟ ਵੀ ਦੇ ਦਿੱਤੀ ਸੀ ਜੀ, ਉਹਦਾ ਖੰਡਨ ਕੀਤਾ। ਉਹਨੇ ਨਵੀਆਂ ਚੀਜ਼ਾਂ ਸਾਹਮਣੇ ਆਈਆਂ ਨੇ। ਸੋ ਇਨਵੈਸਟੀਗੇਸ਼ਨ ਦੇ ਵਿੱਚ ਕੀ ਸਾਹਮਣੇ ਆਉਂਦਾ ਹੈ ਤਾਂ ਕੇਜਰੀਵਾਲ ਸਾਹਿਬ ਨੂੰ ਵੀ ਇਹ ਚਾਹੀਦਾ ਸੀਗਾ ਕਿ
ਬਿਨਾਂ ਕਿਸੇ ਸਬੂਤ ਤੋਂ ਬਾਦਲ ਪਰਿਵਾਰ ਦੇ ਉੱਤੇ ਕਿਉਂ ਉਂਗਲ ਚੁੱਕਦੇ ਪਏ ਹੋ? ਤੁਸੀਂ ਤਾਂ ਵਿੱਚ ਹਿੱਸਾ ਹੀ ਨਹੀਂ ਹੋ, ਜਿਵੇਂ ਤੁਸੀਂ ਫਰਮਾ ਰਹੇ ਹੋ। ਹੁਣ ਜਦੋਂ ਰਿਪੋਰਟਸ ਆਉਂਦੀਆਂ ਨੇ, ਹੁਣ ਕੇਜਰੀਵਾਲ ਸਾਹਿਬ ਕੋਲ ਕੋਈ ਜਵਾਬ ਨਹੀਂ। ਸੋ ਸਾਰਾ ਮਾਮਲਾ ਜੋ ਹੈ ਬੇਅਦਬੀ ਦਾ, ਆਮ ਲੋਕ ਅਸੀਂ ਲੋਕ ਇਸ ਗੱਲ ਨਾਲ ਜੁੜੇ ਹੁੰਦੇ ਆ ਕਿ ਇਹ ਬੇਅਦਬੀ ਕਿਉਂ ਹੋਈ, ਕਿਉਂਕਿ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ। ਇਹਨਾਂ ਵਾਸਤੇ ਸਿਆਸਤ ਹੋ ਸਕਦੀ ਹੈ, ਇਹਨਾਂ ਵਾਸਤੇ ਐਡਮਿਨਿਸਟ੍ਰੇਸ਼ਨ ਹੋ ਸਕਦੀ ਹੈ, ਸਾਡੇ ਵਾਸਤੇ ਸਾਡੇ ਸੰਸਕਾਰ, ਸਾਡੀਆਂ ਭਾਵਨਾਵਾਂ ਨੇ ਕਿ ਬਈ ਬੇਅਦਬੀ ਹੋਈ ਤੇ ਹੋਈ ਕਿਉਂ। ਦੇਖੋ ਹੁਣ ਲੋਕਾਂ ਨੂੰ ਫਿਰ ਇਨਸਾਫ ਵੀ ਨਹੀਂ ਨਾ ਮਿਲਦਾ, ਨਹੀਂ ਮਿਲਦਾ, ਤੇ ਜਦ ਤੱਕ ਇਨਸਾਫ ਨਹੀਂ ਮਿਲੂਗਾ ਲੋਕ, ਮੈਨੂੰ ਲੱਗਦਾ ਕਿ ਮੌਕੇ ਦੀਆਂ ਪਾਰਟੀਆਂ ਨੂੰ ਨਕਾਰਦੇ ਹੀ ਰਹਿਣ, ਸਵਾਲ ਚੁੱਕਣਗੇ, ਕੁਐਸਚਨ ਮਾਰਕ ਉੱਠੇਗਾ। ਦੇਖੋ ਪਹਿਲਾਂ ਸਭ ਤੋਂ ਸ਼੍ਰੋਮਣੀ ਅਕਾਲੀ ਦਲ ਗਈ ਸੱਤਾ ਚੋਂ, ਕਿਉਂਕਿ ਉਦੋਂ ਬੇਅਦਬੀ ਹੋਈ। ਦੂਸਰੀ ਵਾਰ ਆ ਗਈ ਕਾਂਗਰਸ ਲਾਰੇ ਲਾਉਂਦੀ ਰਹੀ, ਕੁਝ ਨਹੀਂ ਕੀਤਾ ਤੇ ਲੋਕਾਂ ਨੇ ਉਹਨਾਂ ਨੂੰ ਨਕਾਰਤਾ। ਤੀਸਰੀ ਵਾਰ ਹੁਣ ਇਹ ਪਾਰਟੀ ਹੈ, ਜੇ ਇਹ ਵੀ ਨਾ ਕਰੂਗੀ ਤੇ ਲੋਕ ਇਹਨੂੰ ਵੀ ਨਕਾਰ ਦੇਣਗੇ। ਔਰ ਮੈਨੂੰ ਲੱਗਦਾ ਫਿਰ ਸਾਡੇ ਲੋਕਾਂ ਨੂੰ ਹੱਕ ਤੇ ਲੈਣੇ ਆਉਂਦੇ ਹੀ ਆ। ਦੇਖੋ ਪਬਲਿਕ ਆ, ਲੋਕਤੰਤਰ ਦੇ ਵਿੱਚ ਪਬਲਿਕ ਨੂੰ ਹੱਕ ਲੈਣੇ ਆਉਂਦੇ ਨੇ, ਪਾਰਟੀਆਂ ਨੂੰ ਨਕਾਰ ਕੇ ਘਰ ਵੀ ਬਿਠਾ ਦਿੰਦੀਆਂ ਨੇ, ਔਰ ਜਿਹਨੂੰ ਮਨ ਕਰਦਾ ਉਹਨੂੰ ਲੈ ਕੇ ਆਉਂਦੀਆਂ ਨੇ, ਠੀਕ ਹੈ ਨਾ। ਹੁਣ ਮਨ ਬਦਲਿਆ ਤੇ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਹਾਰੀ। ਵਾਕਈ ਸੋ ਪਬਲਿਕ ਜਿਹੜੀ ਹੈ ਨਾ, ਉਹਨੂੰ ਸੰਭਾਲ ਕੇ ਰੱਖਣਾ ਔਰ ਉਹਨੂੰ ਨਿਆਂ ਦੇਣਾ, ਜਿਹੜੀ ਤੁਸੀਂ ਗੱਲ ਕਹੀ ਹੈ ਨਿਆਂ, ਉਹਨੂੰ ਪਬਲਿਕ ਨੂੰ ਇਨਸਾਫ ਮਿਲਣਾ ਚਾਹੀਦਾ। ਜਦੋਂ ਤੱਕ ਪਬਲਿਕ ਨੂੰ ਇਨਸਾਫ ਮਿਲਦਾ ਰਹੇਗਾ, ਤੁਸੀਂ ਚੰਗੀ ਤਰ੍ਹਾਂ ਨਾਲ ਆਪਣਾ ਸਾਰਾ ਐਡਮਿਨਿਸਟ੍ਰੇਸ਼ਨ ਦਾ ਰਾਜ ਭਾਗ ਦਾ ਕੰਮ ਕਰਦੇ ਰਹੋਗੇ। ਜਿੱਥੇ ਪਬਲਿਕ ਨੂੰ ਇਨਸਾਫ ਮਿਲਣਾ ਬੰਦ ਹੋ ਗਿਆ, ਪਬਲਿਕ ਕਿਹੜਾ ਨਹੀਂ ਸਮਝਦੀ, ਸਭ ਸਮਝਦੀ ਹੈ। ਵਾਕਈ ਪਬਲਿਕ ਹੈ, ਸਭ ਜਾਣਦੀ ਹੈ। ਫਿਰ ਗੇਮ ਕਿਸੇ ਹੋਰ ਪਾਸੇ ਘੁੰਮਦੀ ਹੈ, ਫਿਰ ਬਾਅਦ 'ਚ ਤੁਸੀਂ ਬਹਿ ਕੇ ਉਹ ਮੰਥਨ ਕਰਦੇ ਨੇ, ਕਦੇ ਜੈਪੁਰ ਜਾਣਾ, ਇੰਟਰੋਸਪੈਕਸ਼ਨ ਹੁੰਦੀ ਹੈ, ਪਤਾ ਨਹੀਂ ਕੀ ਕਰਦੇ ਰਹਿੰਦੇ ਨੇ, ਨਵੇਂ ਸ਼ਬਦਾਂ ਦਾ ਇਸਤੇਮਾਲ। ਫਿਲਹਾਲ ਅਸੀਂ ਇੰਟਰੋਸਪੈਕਸ਼ਨ ਨਹੀਂ ਕਰ ਸਕਦੇ, ਸਾਨੂੰ ਜਾਣਾ ਚਾਹੀਦਾ ਕਿਉਂਕਿ ਸਮਾਂ ਕਹਿ ਰਿਹਾ। ਬਿਲਕੁਲ, ਅਸੀਂ ਲਗਾਤਾਰ ਕੋਸ਼ਿਸ਼ ਕਰਾਂਗੇ ਕਿ ਅਸੀਂ ਇਦਾਂ ਹੀ ਤਬਸਰਾ ਕਰਦੇ ਰਹੀਏ ਖਬਰਾਂ ਦੇ ਉੱਤੇ। ਫਿਲਹਾਲ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।